ਸਤਨਾਮ। ਸ਼੍ਰੀ ਵਾਹਿਗੁਰੂ ਜੀ। ਡੰਡੌਤ ਬੰਦਨ ਅਨਕ ਬਾਰ, ਸਰਬ ਕਲਾ ਸਮਰੱਥ। ਡੋਲਣ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਨਾਮਾ ਮਾਇਆ ਮੋਹਿਆ, ਕਹੇ ਤਲੋਚਨ ਮੀਦਾ। ਕਾਹੇ ਸ਼ੀਪੋ ਛਾਇ ਲਓ, ਰਾਮ ਨ ਲਾਵੋ ਚੀਤ। ਦਰਸ਼ਨ ਦੇਖਣ ਨਾਮਦੇਵ, ਭਲਕੇ ਉਠ ਤਰਲੋਚਨ ਆਵੇ। ਮਨ ਮੇਰੋ ਗੱਜ, ਜੇਬਾ ਮੇਰੀ ਕਾਤੀ। ਮਪ ਮਪ ਕਾਟੋਂ ਜਮ ਕੀ ਫਾਂਸੀ। ਮਨ ਮੇਰੋ ਗੱਜ, ਜੇਬਾ ਮੇਰੀ ਕਾਤੀ। ਮਪ ਮਪ ਕਾਟੋਂ ਜਮ ਕੀ ਫਾਂਸੀ। ਕਹਾਂ ਕਰੋ ਜਾਤੀ, ਕਹਿ ਕਰੋ ਪਾਂਤੀ। ਰਾਮ ਕਾ ਨਾਮ ਜਪੋ ਦਿਨ ਰਾਤੀ। ਰਾਂਗਣ ਰਾਂਗੋ ਸੀਵਣ ਸੀਵੋ। ਰਾਮ ਨਾਮ ਬਿਨ ਘਰੀ ਨ ਜੀਵੋ। ਭਗਤ ਕਰੋ ਹਰਿ ਕੇ ਗੁਣ ਗਾਵੋ। ਆਠ ਪੈਰ ਆਪਣਾ ਖਸਮ ਧਿਆਵੋ। ਸੋਨੇ ਕੇ ਸੂਈ ਰੁਪਏ ਕਾ ਧਾਗਾ। ਨਾਮੇ ਕਾ ਚਿਤ ਹਰਿ ਸਿਉ ਲਾਗਾ। सोने की सुई रुपए का धागा। नामे का चित हर स्यों लागा। साप कुंज छोड़े बिख नहीं साडे। उदक में जैसे ध्यान बग मांडे। काहे को कीजे ध्यान जपन्ना। जब ते सुध नहीं मन अपना। ਸਿੰਘ ਚ ਭੋਜਨ ਜੋ ਨਰ ਜਾਣੇ। ਐਸੇ ਹੀ ਠੱਗ ਦਿਓ ਬਖਾਨੇ। ਨਾਮੇ ਕੇ ਸੁਆਮੀ ਲਾਹਿਲੇ ਝਗਰਾ। ਰਾਮ ਰਸਾਇਣ ਪੀਓ ਰੇ ਦਗਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਪਿਆਰੀ, ਗੁਰੂ ਸਵਾਰੀ ਸਾਧ ਸੰਗਤ ਜੀ। ਭਗਤ ਨਾਮਦੇਵ ਜੀ ਉਹ ਜਿਨ੍ਹਾਂ ਦਾ ਪਿਛਲੇ ਸਮੇਂ ਦੌਰਾਨ ਜਨਮ ਦਿਹਾੜਾ ਲੰਘਿਆ, ਤੇ ਆਪਾਂ ਉਹਨਾਂ ਉੱਤੇ ਕੁਝ ਸਮਾਂ ਵਿਚਾਰ ਕੀਤੀ ਕਿ ਕਿਸ ਤਰ੍ਹਾਂ ਭਗਤ ਨਾਮਦੇਵ ਜੀ ਦੀ ਮਰੀ ਹੋਈ ਗਾਂ ਜਿਹੜੀ ਸੀ ਉਹ ਰੱਬ ਨੇ ਆਣ ਕੇ ਜੀਂਦਿਆਂ ਕੀਤੀ। ਤੇ ਦੂਸਰੇ ਭਾਗ ਵਿੱਚ ਆਪਾਂ ਕਿਹਾ ਸੀ ਵੀ ਭਗਤ ਨਾਮਦੇਵ ਜੀ ਦਾ ਇੱਕ ਸ਼ਬਦ ਲਿਆ ਸੀ ਕਿ ਕੌਣ ਕੋ ਕਲੰਕ ਕਰਿਓ ਰਾਮ ਨਾਮ ਲੇਤ ਹੀ। ਪਤਿਤ ਪਵਿੱਤ ਪਏ ਰਾਮ ਕਹਿਤ ਹੀ। ਭਗਤ ਨਾਮਦੇਵ ਜੀ ਕਹਿੰਦੇ ਕਿ ਰੱਬ ਦੀ ਬੰਦਗੀ ਹੈ, ਸਿਮਰਨ ਹੈ। ਅਗਰ ਉਹ ਕੀਤਾ ਜਾਵੇ ਤਾਂ, ਕਿਉਂਕਿ ਕਰਨਾ ਬੜਾ ਔਖਾ ਵਾ। ਆਖਣ ਔਖਾ ਸਾਚਾ ਨਾਮ। ਅਗਰ ਜੇ ਕੋਈ ਕਰ ਲੈਂਦਾ, ਭਗਤ ਨਾਮਦੇਵ ਜੀ ਕਹਿੰਦੇ ਸੀ, ਤੇ ਜ਼ਿੰਦਗੀ ਵਿੱਚੋਂ ਜਿੰਨੇ ਕਲੰਕ ਨੇ ਉਹ ਸਾਰੇ ਲੱਥ ਜਾਂਦੇ ਨੇ।
ਬੜਾ ਲੰਮਾ ਆਪਾਂ 1 ਘੰਟਾ ਇਸ 'ਤੇ ਵਿਚਾਰ ਕੀਤੀ ਸੀ ਕਿ ਜ਼ਿੰਦਗੀ ਕਲੰਕਾਂ ਦੇ ਨਾਲ, ਦਾਗਾਂ ਦੇ ਨਾਲ ਭਰੀ ਪਈ ਆ। ਦਾਗ ਦੋਸ਼ ਮੋਏ ਚੱਲਿਆ ਲਾਏ, ਦਰਗੇ ਬੈਸਣ ਨਾ ਹੀ ਜਾਏ। ਇਹ ਜਗ ਕਾਜਲ ਕੀ ਕੋਠਰੀ ਅੰਧ ਭਰੇ ਤਿਸਮਾਏ, ਆਪਾਂ ਲੰਮਾ ਸਮਾਂ ਉੱਤੇ ਵਿਚਾਰ ਕੀਤੀ ਸੀ। ਅੱਜ ਉਹਨਾਂ ਦਾ ਇੱਕ ਸ਼ਬਦ ਲੈ ਕੇ ਆਪਾਂ ਅੱਗੇ ਉਹਨਾਂ ਦੇ ਜੀਵਨ ਦੇ ਉੱਤੇ ਵਿਚਾਰ ਕਰਨੀ ਆ। ਕੋਈ ਸ਼ੰਕਾਵਾਦੀ ਲੋਕ ਜਿਹੜੇ ਨੇ ਨਾ, ਜਿਹੜੇ ਕਿਤਾਬੀ ਗਿਆਨੀ ਨੇ, ਉਹਨਾਂ ਦੇ ਅੰਦਰ ਸ਼ਰਧਾ ਨਹੀਂ ਪੈਦਾ ਹੋ ਸਕਦੀ। ਜਿਹੜੇ ਅੱਖਰ ਪੜ੍ਹ ਲੈਂਦੇ ਨੇ, 2 ਸਾਲ ਦਾ ਕੋਰਸ ਕਰ ਲੈਂਦੇ ਨੇ, ਉਹ ਰੱਬ ਦੀ ਬੰਦਗੀ ਤਾਂ ਕਰਦੇ ਨਹੀਂ ਨੇ। ਤੇ ਜਿੰਨਾ ਚਿਰ ਕੋਈ ਰੱਬ ਦੀ ਬੰਦਗੀ ਨਹੀਂ ਕਰਦਾ, ਉਹਨਾਂ ਚਿਰ ਰੱਬ ਤੇ ਭਰੋਸਾ ਨਹੀਂ ਬੱਝਦਾ। ਪਹਿਲੇ ਪਏ ਸੰਤ ਪਾਏ, ਧਿਆਏ ਧਿਆਏ ਪ੍ਰੀਤ ਲਾਏ। ਨਾ ਤੇ ਇਹ ਕਿਤਾਬੀ ਗਿਆਨੀ ਸੰਤਾਂ ਦੀ ਸੰਗਤ ਕਰਦੇ ਨੇ, ਤੇ ਨਾ ਕੋਈ ਅੰਮ੍ਰਿਤ ਵੇਲੇ ਧਿਆਨ ਸਾਧਨਾ ਹੀ ਕਰਦੇ ਨੇ। ਅੱਜ ਸਾਡੀ ਕੌਮ ਦੇ ਇੱਕ ਬਹੁਤ ਮਹਾਨ ਗਿਆਨੀ ਮਹਾਂਪੁਰਖ ਇਸ ਧਰਤੀ ਤੋਂ ਕੂਚ ਕਰ ਗਏ ਨੇ ਦੁਪਹਿਰੇ 2:30-3 ਵਜੇ। ਗਿਆਨੀ ਮੋਹਨ ਸਿੰਘ ਜੀ 101 ਸਾਲ ਉਹਨਾਂ ਨੇ ਉਮਰ ਭੋਗੀ ਆ, ਤੇ ਬਹੁਤ ਸਮਾਂ ਉਹਨਾਂ ਨੇ ਜ਼ਿੰਦਗੀ ਦਾ ਬੰਦਗੀ ਵਿੱਚ ਬਿਤਾਇਆ। ਟਕਸਾਲ ਦੇ ਬਹੁਤ ਵੱਡੇ ਉਹ ਭਜਨੀਕ ਵਿਅਕਤੀ ਸਨ ਗਿਆਨੀ ਮੋਹਨ ਸਿੰਘ ਜੀ। ਉਹ ਵੀ ਇਸ ਫਾਨੀ ਸੰਸਾਰ ਤੋਂ ਅੱਜ ਕੂਚ ਕਰ ਗਏ ਨੇ। ਮੈਂ ਕਹਿ ਰਿਹਾ ਸੀ ਵੀ ਜਿਹੜੇ ਗਿਆਨੀ, ਕਿਤਾਬੀ ਗਿਆਨੀ ਹੁੰਦੇ ਨੇ, ਉਹ ਰੱਬ ਦੀਆਂ ਇਹ ਜਿਹੜੀਆਂ ਸਾਖੀਆਂ ਨੇ ਗੁਰਬਾਣੀ ਵਿੱਚ, ਉੱਤੇ ਵਿਸ਼ਵਾਸ ਨਹੀਂ ਕਰਦੇ। ਤੇ ਅੱਜ ਆਪਾਂ ਇੱਕ ਭਾਈ ਗੁਰਦਾਸ ਨੇ ਉਹਨਾਂ ਦੇ ਪਰਥਾਏ ਲਿਖਿਆ, ਇੱਕ ਉਹਨਾਂ ਨੇ ਗੱਲ ਲਿਖੀ ਹੈ ਕਿ ਬੰਦਗੀ ਦੀ ਲਾਗ ਜਿਹੜੀ ਆ ਨਾ, ਉਹ ਜਿੰਨਾ ਚਿਰ ਕੋਈ ਬੰਦਗੀ ਵਾਲਾ ਮਹਾਂਪੁਰਖ ਮਿਲੇ ਨਾ ਉਹਨਾਂ ਚਿਰ ਲੱਗਦੀ ਨਹੀਂ ਹੈ। ਪਹਿਲੇ ਪੈ ਸੰਤ ਪਾਏ, ਰੱਬ ਦਾ ਮਾਰਗ ਕਿੱਥੋਂ ਮਿਲਦਾ ਏ? ਰੱਬ ਦੇ ਰਾਹ ਤੇ ਬੰਦਾ ਕਿਵੇਂ ਤੁਰਦਾ ਏ? ਬਾਣੀ ਨੇ ਸਭ ਕੁਝ ਦੱਸਿਆ ਹੋਇਆ ਵਾ। ਜਾਏ ਪੁੱਛੋ ਸੁਹਾਗਣੀ, ਤੁਸੀਂ ਰਾਵਿਆ ਕਿੰਨੀ ਗੁਣੀ। ਅੱਜ ਵੀ ਹੁਕਮਨਾਮਾ ਆਇਆ ਸੀ, ਜਦੋਂ ਸਵੇਰੇ ਮਹਾਰਾਜ ਦਰਸ਼ਨ ਕੀਤਾ ਸੀ, ਤੇ ਮਹਾਰਾਜ ਗੁਰੂ ਅਮਰਦਾਸ ਜੀ ਕਹਿੰਦੇ ਸਨ ਕਿ ਜੁਗ ਚਾਰੇ ਧਨ ਜੇ ਪਵੇ, ਬਿਨ ਸਤਿਗੁਰ ਸੁਹਾਗ ਨਾ ਹੋਈ ਰਾਮ। ਗੁਰੂ ਤੋਂ ਬਿਨਾ, ਰੱਬ ਦੇ ਪਿਆਰਿਆਂ ਤੋਂ ਬਿਨਾ, ਸੰਤਾਂ ਤੋਂ ਬਿਨਾ ਰੱਬ ਮਿਲਦਾ ਨਹੀਂ ਹੈ। ਕਿਤਾਬਾਂ ਪੜ੍ਹਿਆ ਨਹੀਂ ਉਹ ਮਿਲਦਾ। ਉਹ ਤੇ ਉਹਦੇ ਪਿਆਰੇ ਮਿਲਣ ਤੇ ਤਾਂ ਹੀ ਮਿਲਦਾ ਹੈ ਰੱਬ। ਤੇ ਭਗਤ ਨਾਮਦੇਵ ਜੀ ਰੱਬ ਦੀ ਬੰਦਗੀ ਕਰਦੇ ਨੇ, ਤੇ ਇੱਕ ਦਿਨ ਉਹਨਾਂ ਦੇ ਕੋਈ ਨਿਕਟ ਵਰਤੀ ਸੱਜਣ ਸਨ ਭਗਤ ਤਰਲੋਚਨ ਜੀ। ਤੇ ਉਹ ਵੀ ਉਹਨਾਂ ਨੇ ਸੋਚਿਆ ਵੀ ਇਹ ਲੋਕ ਜਿਹੜੇ ਰੱਬ ਦੀ ਬੰਦਗੀ ਕਰਦੇ ਨੇ, ਜਿੱਦਾਂ ਭਾਈ ਗੁਰਦਾਸ ਜੀ ਨੇ ਇੱਕ ਤੁਕ ਲਿਖੀ ਆ ਕਿ ਸੁਣ ਪ੍ਰਤਾਪ ਕਬੀਰ ਕਾ, ਦੂਜਾ ਸਿੱਖ ਹੋਇਆ ਸੈਣ ਨਾਈ। ਪ੍ਰੇਮ ਭਗਤ ਰਾਤੀ ਕਰੇ, ਭਲਕੇ ਰਾਜ ਦੁਆਰੇ ਜਾਈ। ਜਦੋਂ ਭਗਤ ਸੈਣ ਜੀ ਨੇ ਭਗਤ ਕਬੀਰ ਦੀ ਜੈ ਜੈਕਾਰ ਹੁੰਦੀ ਸੁਣੀ, ਤੇ ਉਹਨੇ ਆਖਿਆ ਯਾਰ ਆਪਾਂ ਵੀ ਰੱਬ ਦਾ ਨਾਮ ਜਪੀਏ, ਰੱਬ ਦੀ ਬੰਦਗੀ ਕਰੀਏ। ਉੱਦਾਂ ਦੇ ਬਚਨ ਆਉਂਦਾ ਵੀ ਸੁਣ ਗੱਲਾਂ ਆਕਾਸ ਕੀ, ਕੀਟਾਂ ਆਈ ਰੀਸ, ਨਾਨਕ ਨਦਰੀ ਪਾਈਏ ਕੂੜੀ ਕੂੜੇ ਠੀਸ। ਰੀਸ ਤਾਂ ਬੜੀ ਕਰ ਲੈਂਦੇ ਨੇ, ਪਰ ਇਹ ਮਾਰਗ ਬੜਾ ਔਖਾ ਹੈ, ਇਹ ਮੰਜ਼ਿਲ ਬੜੀ ਦੂਰ ਵਾ। ਆ ਹੁਣ ਇੱਕ ਲਾਣਾ ਹੋਰ ਹੀ ਤੁਰਿਆ ਫਿਰਦਾ, ਉਹ ਆਉਂਦੇ ਕਹਿੰਦੇ ਆਓ ਤੁਹਾਨੂੰ ਸਹਿਜ ਘਰ ਲੈ ਚੱਲਦੇ ਆ। ਉਹ ਸਹਿਜ ਘਰ ਭਾਈ ਇੱਦਾਂ ਨਹੀਂ ਜਾਇਆ ਜਾਂਦਾ। ਕੌਮ ਦੇ ਵਿੱਚੋਂ ਕੋਈ ਇੱਕ ਅੱਧਾ ਬੰਦਾ ਹੁੰਦਾ ਜਿਹੜਾ ਸਹਿਜ ਘਰ ਜਾਂਦਾ, ਕੋਈ ਸਾਰਾ ਹੀ ਲਾਣਾ ਹੀ ਸਹਿਜ ਘਰ ਨੂੰ ਤੁਰ ਜਾਂਦਾ ਹੈ।
ਤੇ ਮਾਰ ਕਹਿੰਦੇ ਆ ਵੀ ਜਦੋਂ ਭਗਤ ਕਬੀਰ ਦੀ ਜੈ ਜੈਕਾਰ ਹੋ ਗਈ ਤੇ ਭਗਤ ਤਰਲੋਚਨ ਦੇ ਮਨ ਵਿੱਚ ਹੀ ਸ਼ਰਧਾ ਉਪਜੀ ਵੀ ਆਪਾਂ ਵੀ ਭਗਤ ਦੇਵ ਜੀ ਕੋ ਜਾਈਏ, ਕੋ ਬੰਦਗੀ ਦਾ ਰਾਹ ਪੁੱਛੀਏ, ਕਿਉਂਕਿ ਜਾਏ ਪੁੱਛੋ ਸੁਹਾਗਣੀ ਤੁਸੀਂ ਰਾਵਿਆ ਕਿੰਨੀ ਗੁਣੀ। ਪੁੱਛੋ ਪੁੱਛੋ ਸੰਤਨ ਮੇਰਾ, ਪੁੱਛੋ ਪੁੱਛੋ ਦੀਨ ਮੇਰੋ ਠਾਕਰ ਜੀ ਉਹ ਕੈਸਾ। ਇੱਕ ਬਚਨ ਆਉਂਦਾ ਇਸ ਤਰ੍ਹਾਂ ਦਾ ਮਹਾਰਾਜ ਦਾ। ਹੋ ਨਿਰਖਤ ਫਿਰੋਂ ਸਭ ਦੇਸ ਦਸੰਤਰ, ਮੈਂ ਪ੍ਰਭ ਦੇਖਣ ਕੋ ਬਹੁਤ ਮਨ ਚਈਆ। ਕੋਈ ਆਣ ਸੰਦੇਸਾ ਦੇ ਪ੍ਰਭ ਕੇਰਾ, ਰਿਦ ਅੰਦਰ ਮਨ ਤਨ ਮੀਠ ਲਗਈਆ। ਜਦੋਂ ਭਗਤ ਤਰਲੋਚਨ ਜੀ ਨੇ ਸੁਣਿਆ ਵੀ ਭਗਤ ਕਬੀਰ ਦੀ ਜੈ ਜੈਕਾਰ ਹੋਣ ਲੱਗ ਪਈ ਆ, ਤੇ ਉਹਨੇ ਆਖਿਆ ਉਹਨੂੰ ਜਾ ਕੇ ਅਸੀਂ ਕੋ ਰੱਬ ਦਾ ਰਾਹ ਪੁੱਛੀਏ। ਇਸੇ ਤਰ੍ਹਾਂ ਜਦੋਂ ਧੰਨੇ ਭਗਤ ਨੇ ਸੁਣਿਆ ਵੀ ਛੋਟੀਆਂ ਜਾਤਾਂ ਵਾਲੇ ਬੰਦੇ ਰੱਬ ਦਾ ਨਾਮ ਜਪ ਕੇ ਤੇ ਇੰਨੀਆਂ ਉੱਚੀਆਂ ਪਦਵੀਆਂ ਪਾ ਲੀਆਂ ਨੇ, ਤੇ ਮੈਂ ਤਾਂ ਹੈ ਹੀ ਜੱਟਵਾਂ। ਹਾਲਾਂਕਿ ਗੁਰਬਾਣੀ ਜਾਤ ਪਾਤ ਨੂੰ ਮੰਨਦੀ ਨਹੀਂ, ਪਰ ਉਹਦੇ ਮਨ ਵਿੱਚ ਖਿਆਲ ਆ ਗਿਆ ਵੀ ਇਹ ਬਿਦ ਸੁਣ ਕੇ ਜੱਟ ਰੋ ਉੱਠ ਭਗਤੀ ਲਾਗਾ। ਉਹਨੇ ਕੀ ਸੁਣਿਆ? ਇਹ ਬਿਦ ਸੁਣ ਕੇ ਕੀ ਸੁਣਿਆ ਵੀ ਭਗਤ ਨਾਮ ਦੇ ਛੋਟੀ ਜਾਤ ਵਿੱਚੋਂ ਕਬੀਰ ਜੁਲਾਇਆ ਨੇ, ਰਵਿਦਾਸ ਜੀ ਚਮਿਆਰ ਨੇ, ਸੈਣ ਨਾਈ ਆ ਬੁੱਤਕਾਰੀਆਂ, ਤੇ ਮੈਂ ਤਾਂ ਹੈ ਹੀ ਅੱਠਵਾਂ। ਇਹ ਹੰਕਾਰ ਹੁੰਦਾ ਜਾਤ ਦਾ ਵੀ, ਪਰ ਹੰਕਾਰ ਵੀ ਕਈ ਵਾਰੀ ਚੰਗੇ ਪਾਸੇ ਲੈ ਜਾਂਦਾ। ਇਹ ਬਿਦ ਸੁਣ ਕੇ ਜੱਟ ਰੋ ਉੱਠ ਭਗਤੀ ਲਾਗਾ। ਉਹਨੇ ਆਖਿਆ ਮੈਂ ਜੱਟਵਾਂ, ਜੇ ਦੂਜਿਆਂ ਨੂੰ ਰੱਬ ਮਿਲ ਸਕਦਾ ਤੇ ਮੈਨੂੰ ਕਿਉਂ ਨਹੀਂ ਮਿਲ ਸਕਦਾ ਰੱਬ। ਤੇ ਮਨ ਵਿੱਚ ਦ੍ਰਿੜ ਵਿਸ਼ਵਾਸ ਕਰਕੇ ਇਹ ਬਿਦ ਸੁਣ ਕੇ ਜੱਟ ਰੋ ਉੱਠ ਭਗਤੀ ਲਾਗਾ। ਮਿਲੇ ਪ੍ਰਤੱਖ ਗੁਸਾਈਆਂ ਧੰਨਾ ਵਡ ਭਾਗਾ। ਇਹ ਹੁਣ ਭਾਈ ਗੁਰਦਾਸ ਜੀ ਨੇ ਇੱਕ ਵਾਰ ਲਿਖੀ, ਉਹ ਕਹਿੰਦੇ ਨੇ ਦਰਸ਼ਨ ਦੇਖਣ ਨਾਮ ਦੇ ਭਲ ਕੇ ਉੱਠ ਤਰਲੋਚਣ ਆਵੇ। ਭਗਤ ਨਾਮਦੇਵ ਜੀ ਬੰਦਗੀ ਕਰਦੇ ਨੇ, ਤੇ ਬੰਦਗੀ ਵਾਲਿਆਂ ਦੇ ਦਰਸ਼ਨ ਕਰਨ ਵਾਸਤੇ ਭਗਤ ਤਰਲੋਚਨ ਦੀ ਆਉਂਦੇ ਨੇ ਰੋਜ਼ ਉੱਠ ਕੇ, ਕਿਉਂਕਿ ਸੰਤਾਂ ਦੇ ਦਰਸ਼ਨਾਂ ਦੇ ਵਿੱਚੋਂ ਬੜਾ ਕੁਝ ਮਿਲ ਜਾਂਦਾ ਹੈ ਭਾਵਨਾ ਵਾਲਿਆਂ ਨੂੰ। ਇੱਕ ਗੁਰੂ ਨਾਨਕ ਸਾਹਿਬ ਦਾ ਬਚਨ ਆਉਂਦਾ ਕਿ ਰਾਮ ਨਾਮ ਚਿਤ ਰਾਪੇ ਜਾਂਕਾ, ਉਪਜੰਪ ਦਰਸ਼ਨ ਕੀਜੇ ਜਤਾਂਕਾ। ਗੁਰੂ ਨਾਨਕ ਸਾਹਿਬ ਕਹਿੰਦੇ ਬੰਦਿਆ, ਸੂਰਜ ਚੜ੍ਹਨ ਤੋਂ ਪਹਿਲਾਂ ਤੂੰ ਇੱਕ ਕੰਮ ਜ਼ਰੂਰ ਕਰ ਲਈ, ਤਾਂ ਕਿ ਤੇਰੀ ਸਾਰੀ ਦਿਹਾੜੀ ਸੌਖੀ ਲੰਘ ਜਾਵੇ। ਤੇ ਮਹਾਰਾਜ ਨੂੰ ਪੁੱਛੀਏ ਸੱਚੇ ਪਾਤਸ਼ਾਹ, ਉਹ ਕਿਹੜਾ ਕੰਮ ਹੈ ਜਿਹੜਾ ਮੈਂ ਕਰ ਲਾਂ ਸਵੇਰੇ ਸੂਰਜ ਚੜ੍ਹਨ ਤੋਂ ਪਹਿਲਾਂ ਤੇ ਮੇਰੀ ਦਿਹਾੜੀ ਸੌਖੀ ਲੰਘ ਜੂ। ਮਹਾਰਾਜ ਕਹਿੰਦੇ ਰਾਮ ਨਾਮ ਚਿਤ ਰਾਪੇ ਜਾਂਕਾ। ਜਿਸ ਬੰਦੇ ਦਾ ਰੱਬ ਦੇ ਨਾਮ ਨਾਲ ਮਨ ਜੁੜਿਆ ਹੋਇਆ ਵਾ, ਕਿਉਂਕਿ ਜੋੜਨਾ ਬਹੁਤ ਮੁਸ਼ਕਲ ਬਣ ਗਿਆ, ਕਲਯੁਗ ਦਾ ਸਮਾਂ ਹੈ। ਰੱਬ ਦੇ ਨਾਮ ਵਾਲੇ ਪਾਸੇ ਮਨ ਤਾਂ ਆਉਂਦਾ ਹੀ ਨਹੀਂ ਹੈ, ਇਹ ਦੂਜੇ ਪਾਸੇ ਤੁਰਿਆ ਜਾਂਦਾ। ਤੇ ਮਹਾਰਾਜ ਕਹਿੰਦੇ ਅਗਰ ਕਿਸੇ ਦਾ ਜੁੜਿਆ ਹੋਇਆ ਵਾ ਤੇ ਤੁਸੀਂ ਕੀ ਕਰੋ, ਉਪਜੰਪ ਦਰਸ਼ਨ ਕੀਜੇ ਤਾਂਗਾ। ਉਪਜੰਪ ਕਹਿੰਦੇ ਨੇ ਸੂਰਜ ਚੜ੍ਹਨ ਨੂੰ। ਸੂਰਜ ਚੜ੍ਹਦਿਆਂ ਤੱਕ ਉਸ ਬੰਦੇ ਦਾ ਦਰਸ਼ਨ ਕਰ ਲਓ ਜਿਹੜਾ ਰੱਬ ਦੇ ਨਾਮ ਨਾਲ ਜੁੜ ਕੇ ਬੈਠਾ ਹੋਇਆ ਵਾ। ਤੇ ਉਹ ਬੰਦਾ ਹੁਣ ਧਰਤੀ ਤੋਂ ਲੱਭਣਾ ਨਹੀਂਗਾ, ਦਰਸ਼ਨ ਕਰੀਏ ਕਿੱਥੋਂ ਹੁਣ। ਜਿਸ ਤਰ੍ਹਾਂ ਸਿੱਧਾ ਨੇ ਪੁੱਛਿਆ ਹੈ ਗੁਰੂ ਨਾਨਕ ਸਾਹਿਬ ਨੂੰ, ਬਾਬਾ ਜੀ ਤੁਸੀਂ ਘਰ-ਬਾਰ ਛੱਡ ਕੇ, ਬੱਚੇ ਛੱਡ ਕੇ, ਨੌਕਰੀਆਂ ਛੱਡ ਕੇ ਤੇ ਕਿਹੜੇ ਰਾਹ ਤੁਰ ਗਏ ਜੇ, ਕਿੱਧਰ ਚੱਲੇ ਹੋ? ਤੇ ਗੁਰੂ ਨਾਨਕ ਸਾਹਿਬ ਕਹਿੰਦੇ ਗੁਰਮੁਖ ਖੋਜਤ ਭਏ ਉਦਾਸੀ। ਅਸੀਂ ਗੁਰਮੁਖਾਂ ਨੂੰ ਲੱਭਣ ਤੁਰੇ ਆ ਧਰਤੀ ਤੋਂ, ਗੁਰਮੁਖ ਲੱਭਣਾ ਕੋਈ ਤੇ ਗੁਰਮੁਖ ਕੋਈ ਨਾ ਦਿਸੀ, ਢੂੰਡੇ ਤੀਰਥ ਯਾਤਰੀ ਮੇਲੇ। ਗੁਰੂ ਨਾਨਕ ਸਿੰਘ ਦੇ ਗੁਰਮੁਖ ਕੋਈ ਲੱਭਦਾ ਹੀ ਨਹੀਂਗਾ ਧਰਤੀ ਦੇ ਉੱਤੋਂ।
ਤੇ ਮਾਰਗ ਦੇ ਗੁਰਮੁਖ ਖੋਜਿਤ ਪਏ ਉਦਾਸੀ, ਦਰਸ਼ਨ ਕੇ ਤਾਈਏ ਭੇਖ ਨਿਵਾਸੀ। ਰੱਬ ਨਹੀਂ ਧਰਤੀ ਤੋਂ ਲੱਭਣਾ, ਉਹ ਤਾਂ ਸਾਡੇ ਨਾਲ ਹੀ ਆ, ਨਿਕਟ ਹੀ ਆ, ਨੇੜੇ ਹੀ ਆ, ਪਰ ਉਹ ਤਾਂ ਦਿਖਣਾ ਵਾ ਜੇ ਮਾਰ ਕਹਿੰਦੇ ਸੱਚ ਰਤੇ ਸੇ ਟੋਲ ਲੋ ਤੇ ਵਿਰਲੇ ਸੰਸਾਰ, ਤਿੰਨ ਮਿਲਿਆ ਮੁਖ ਉਜਲਾ ਜਪ ਨਾਮ ਮੁਰਾਰ। ਉਹਨਾਂ ਚਿਰ ਰੱਬ ਦੀ ਬੰਦਗੀ ਨਹੀਂ ਹੋ ਸਕਦੀ ਜਿੰਨਾ ਚਿਰ ਕੋਈ ਬੰਦਗੀ ਵਾਲਾ ਪੁਰਸ਼ ਨਾ ਮਿਲੇ ਜ਼ਿੰਦਗੀ ਵਿੱਚ। ਸਿੱਧਿਆ ਨਹੀਂ ਹੁੰਦੀ ਇਹ ਬੰਦਗੀ। ਹੁਣ ਤੇ ਮਨੁੱਖ ਬੰਦਗੀ ਕਰਨਾ ਚਾਹੁੰਦਾ ਹੀ ਨਹੀਂ ਹੈ, ਤੇ ਜੇ ਕੋਈ ਚਾਹੁੰਦਾ ਵਾ ਤੇ ਉਹਦੇ ਕੋਲ ਹੋ ਨਹੀਂ ਰਹੀ। ਰੌਲਾ ਬੜਾ ਧਰਤੀ ਤੇ ਪੈ ਗਿਆ, ਇਹ ਕੰਮ ਰੌਲਿਆਂ ਤੋਂ ਮੁਕਤ ਹੋ ਕੇ ਕਰੀਦਾ ਬੰਦਗੀ ਵਾਲਾ। ਮਾਰ ਕਹਿੰਦੇ ਉਹ ਬੰਦੇ ਲੱਭੋ ਜਿਹੜੇ ਰੱਬ ਨਾਲ ਜੁੜੇ ਹੋਏ ਨੇ। ਮੈਂ ਤਾਂ ਕਹਿੰਦਾ ਵੀ ਸਹਿਜੇ ਸਹਿਜੇ ਉਹ ਵਿਅਕਤੀ ਧਰਤੀ ਤੋਂ ਅਲੋਪ ਹੁੰਦੇ ਹੁੰਦੇ ਹੋ ਚੱਲੇ ਨੇ। ਕੋਈ ਰਹਿ ਗਿਆ ਵਿਰਲਾ ਵਿਰਲਾ ਹੀ ਹੁਣ। ਜਗ ਮੇ ਉਤਮ ਕਾਂਡੀਏ ਵਿਰਲੇ ਕਈ ਕੇ। ਅੱਜ ਵੀ ਫਿਰ ਮੈਂ ਕਹਿ ਦਿਆਂ ਸਾਡੀ ਕੌਮ ਦੇ ਮਹਾਂਪੁਰਖ ਬਹੁਤ ਵੱਡੇ ਗਿਆਨੀ ਸਨ। ਅੱਜ ਉਹ ਫਾਨੀ ਸੰਸਾਰ ਤੋਂ ਤੁਰ ਗਏ ਨੇ ਦੁਪਹਿਰੇ 2:30 ਵਜੇ। 100 ਸਾਲ ਦੀ ਉਮਰ ਉਹਨਾਂ ਨੇ ਭੋਗੀ ਤੇ ਬੰਦਗੀ ਬਹੁਤ ਵੱਡੀ ਕੀਤੀ ਉਹਨਾਂ ਨੇ, ਉਹ ਵੀ ਅੱਜ ਤੁਰ ਗਏ ਨੇ। ਤੇ ਸਿਆਣੇ ਇੱਕ ਗੱਲ ਕਹਿੰਦੇ ਆ ਵੀ ਸਿਆਣੇ ਮਨੁੱਖ ਤੇ ਪੁਰਾਣੇ ਰੁੱਖ ਇਹ ਧਰਤੀ ਤੋਂ ਖਤਮ ਹੁੰਦੇ ਜਾ ਰਹੇ ਨੇ। ਤੇ ਸੰਤ ਤਾਂ ਬਾਣੀ ਪਹਿਲੋਂ ਕਹਿ ਗਈ ਵੀ ਸੰਤ ਤੁਹਾਨੂੰ ਕੋਈ ਲੱਭਣਾ ਹੀ ਨਹੀਂਗਾ ਧਰਤੀ ਦੇ ਉੱਤੋਂ। ਨਾਨਕ ਦੁਨੀਆ ਕੈਸੀ ਹੋਈ, ਕੀ ਹੋਇਆ ਦੁਨੀਆ ਤੇ? ਸਾਲਕ ਮਿੱਤ ਨਾ ਰਹਿਓ ਕੋਈ, ਕੋਈ ਸੰਤ ਨਹੀਂ ਰਿਹਾ, ਕੋਈ ਮਿੱਤਰ ਨਹੀਂ ਰਿਹਾ, ਸਭ ਦਲੀ ਦੀ ਮਲੀ ਦੀ ਹੋ ਗਈ। ਮਹਾਰਾਜ ਕਹਿੰਦੇ ਤੇ ਮਹਾਰਾਜ ਕਹਿੰਦੇ RAM ਨਾਮ ਚਿਤ ਰਾਪੇ ਜਾਂ ਕਾ। ਐ ਬੰਦਿਆ ਜਿਹਦਾ ਰੱਬ ਦੇ ਨਾਮ ਨਾਲ ਮਨ ਜੁੜਦਾ ਨਾ, ਉਹਦਾ ਸੂਰਜ ਚੜ੍ਹਨ ਤੋਂ ਪਹਿਲਾਂ ਪਹਿਲਾਂ ਦਰਸ਼ਨ ਕਰ ਲਾ, ਕਿਉਂਕਿ ਉਹਦੇ ਦਰਸ਼ਨਾਂ ਵਿੱਚੋਂ ਤੈਨੂੰ ਕੋਈ ਸ਼ਾਂਤੀ ਕੋਈ ਠੰਡ ਮਿਲ ਜਾਣੀ ਹੈ, ਤਾਂ ਕਿ ਤੇਰੀ ਸਾਰੀ ਦਿਹਾੜੀ ਸੁਖਾਲੀ ਲੰਘ ਜੂਗੀ। ਕਿਉਂਕਿ ਸੰਸਾਰ ਤਪਿਆ ਪਿਆ ਵਾ, ਸੰਸਾਰ ਸੜਿਆ ਪਿਆ ਵਾ, ਤੇ ਥੋੜ੍ਹੀ ਬਹੁਤੀ ਠੰਡਕ ਤੂੰ ਅੰਦਰ ਆਪਣੇ ਪੈਦਾ ਕਰ ਲਾ ਸਵੇਰੇ, ਤਾਂ ਕਿ ਦਿਹਾੜੀ ਸੌਖੀ ਲੰਘ ਜੂਗੀ। ਜਦੋਂ ਸਿੱਧਾਂ ਦੇ ਨਾਲ ਗੁਰੂ ਨਾਨਕ ਸਾਹਿਬ ਦਾ ਮਿਲਣ ਹੁੰਦਾ ਤੇ ਸਿੱਧਾਂ ਨੂੰ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਸਿੱਧ ਛਪ ਬੈਠੇ ਪਰਬਤੀ, ਕੌਣ ਜਗਤ ਕੋ ਪਾਰ ਉਤਾਰਾ। ਐ ਜੋਗੀਓ ਤੁਸੀਂ ਲੁਕ ਕੇ ਬਹਿ ਗਏ ਹੋ ਪਹਾੜਾਂ ਦੇ ਵਿੱਚ, ਤੇ ਦੁਨੀਆਦਾਰ ਤਾਂ ਖਚਤ ਹੋ ਗਿਆ ਪਦਾਰਥਾਂ ਦੇ ਪਿੱਛੇ, ਭੋਗਾਂ ਦੇ ਪਿੱਛੇ ਹੀ ਤਾਂ ਰੁੜ ਗਿਆ ਦੁਨੀਆਦਾਰ, ਤੇ ਇਹਨਾਂ ਨੂੰ ਬਚਾਵੇਗਾ ਕੌਣ? ਸਿੱਧ ਸਪ ਬੈਠੇ ਪਰਬਤੀ, ਕੌਣ ਜਗਤ ਕੋ ਪਾਰ ਉਤਾਰਾ। ਤੇ ਜਾਓ ਥੱਲੇ ਦੁਨੀਆ ਨੂੰ ਗਿਆਨ ਦਿਓ। ਤੇ ਜੋਗੀ ਕਹਿਣ ਲੱਗੇ ਬਾਬਾ ਜੀ ਅਸੀਂ ਉੱਥੇ ਜਾਣਾ ਨਹੀਂ ਹੈ। ਤੇ ਮਹਾਰਾਜ ਕਹਿੰਦੇ ਕੀ ਗੱਲ ਹੈ, ਕੀ ਮੁਸ਼ਕਲ ਕੀ ਹੈ ਧਰਤੀ ਉੱਤੇ ਜਾਣ ਦਿਆ ਤੁਹਾਨੂੰ? ਕਹਿਣ ਲੱਗੇ ਦੁਨੀਆ ਤਾਂ ਅੱਗ ਦੇ ਨਾਲ ਭਰੀ ਪਈ ਹੈ। ਉਹਨਾਂ ਨੇ ਗੁਰੂ ਨਾਨਕ ਸਾਹਿਬ ਨੂੰ ਇੱਕ ਸਵਾਲ ਕੀਤਾ, ਹਿਵੇ ਕਾ ਮੰਦਰ ਕਰ ਅਗਨ ਪਿਰਾਹਣ, ਕਵਣ ਗੁਫਾ ਜਿਤ ਰਵੇ ਆਵਾਹਨ। ਤੁਸੀਂ ਸਾਨੂੰ ਕਹਿੰਦੇ ਹੋ ਧਰਤੀ ਤੇ ਜਾ ਕੇ ਲੋਕਾਂ ਨੂੰ ਗਿਆਨ ਦਿਓ, ਸਿੱਧ ਕਹਿੰਦੇ ਗੁਰੂ ਨਾਨਕ ਸਾਹਿਬ ਨੂੰ, ਤੇ ਦੁਨੀਆ ਤਾਂ ਅੱਗ ਦੇ ਨਾਲ ਭਰੀ ਪਈ ਆ, ਤੇ ਸਾਡੇ ਕੋਲ ਠੰਡ ਵਾ। ਠੰਡ ਦਾ ਤੇ ਅੱਗ ਦਾ ਕੀ ਮੇਲ ਹੁੰਦਾ ਹੈ? ਹਿਵੇ ਕਾ ਕਰ ਮੰਦਰ ਅਗਨ ਪਿਰਾਹਣ, ਕੋਈ ਬਰਫ਼ ਦਾ ਘਰ ਬਣਿਆ ਹੋਵੇ, ਹਿਵੇ ਕਾ ਮੰਦਰ ਕਰ ਅਗਨ ਪਿਰਾਹਣ, ਉਹਦੇ ਆਲੇ ਦੁਆਲੇ ਅੱਗ ਬਾਲ ਦਿਓ। ਕੋਈ ਕਿਸੇ ਬੰਦੇ ਨੇ ਬਰਫ਼ ਦਾ ਘਰ ਬਣਾਇਆ ਹੋਵੇ ਤੇ ਕੋਈ ਦੂਸਰਾ ਵਿਅਕਤੀ ਆਣ ਕੇ ਉਹਦੇ ਆਲੇ ਦੁਆਲੇ ਅੱਗ ਬਾਲ ਦੇ, ਤੂੰ ਬਰਫ਼ ਤਾਂ ਖੁਰ ਜੂਗੀ। ਹੁਣ ਵੇਖੇ ਨਹੀਂ, ਹੁਣ ਜਦੋਂ ਗਰਮੀ ਪਹਿਲਾਂ ਪੈ ਜਾਂਦੀ ਤੇ ਉਹ ਪਹਾੜਾਂ ਤੋਂ ਬਰਫ਼ ਪਹਿਲਾਂ ਹੀ ਖੁਰ ਜਾਂਦੀ। ਉਹ ਸ਼ਿਵਲਿੰਗ ਵੀ ਖੁਰ ਜਾਂਦਾ ਜਿਹੜਾ ਉਧਰ ਵੇਖਣ ਜਾਂਦੇ ਕੋਈ ਅਮਰਨਾਥ। ਜੋਗੀਆਂ ਨੇ ਸਵਾਲ ਕੀਤਾ ਹੈ, ਹਿਵੇ ਕਾ ਕਰ ਮੰਦਰ ਅਗਨ ਪਿਰਾਹਣ, ਬਰਫ਼ ਦਾ ਘਰ ਹੋਵੇ ਆਲੇ ਦੁਆਲੇ ਅੱਗ ਬਾਲ ਦਿਓ ਤੇ ਉਹ ਖੁਰ ਜਾਂਦਾ ਹੈ। ਦੁਨੀਆਦਾਰ ਅੱਗ ਵਾ, ਸਾਡੇ ਕੋਲ ਠੰਡ ਵਾ, ਤੇ ਦੁਨੀਆਦਾਰ ਦਾ ਤੇ ਸਾਧੂ ਦਾ ਕੀ ਮੇਲ ਹੁੰਦਾ ਹੈ? ਇਹ ਜੋਗੀਆਂ ਦਾ ਸਵਾਲ ਸੀ ਗੁਰੂ ਨਾਨਕ ਸਾਹਿਬ ਨੂੰ।
ਜਿੱਦਾਂ ਜਦੋਂ ਗੁਰੂ ਨਾਨਕ ਸਾਹਿਬ ਉੱਥੇ ਜਾਂਦੇ ਨੇ ਸ਼੍ਰੀਲੰਕਾ, ਤੇ ਉਦੋਂ ਵੀ ਆਣ ਕੇ ਗੁਰੂ ਨਾਨਕ ਸਾਹਿਬ ਦੇ ਕੋਲ ਕੁਝ ਨੌਜਵਾਨ ਇਸਤਰੀਆਂ ਬਹਿ ਜਾਂਦੀਆਂ ਨੇ, ਤੇ ਗੁਰੂ ਨਾਨਕ ਸਾਹਿਬ ਕਹਿੰਦੇ ਨਾ ਭਾਈ, ਸਾਧੂਆਂ ਦੇ ਕੋਲ ਨਹੀਂ ਬਹਿਦਾ ਹੁੰਦਾ। ਇਹ ਬਾਣੀ 'ਚ ਲਿਖਿਆ, ਗਾਛੋ ਪੁੱਤਰੀ ਰਾਜ ਕੁਵਾਰ, ਮੇਰੀਓ ਧੀਓ ਤੁਸੀਂ ਜਾਓ, ਸਾਧਾਂ ਦੇ ਕੋਲ ਨਹੀਂ ਬਹਿਦਾ ਹੁੰਦਾ। ਸਾਧਾਂ ਦੀ ਕੋਈ ਆਪਣੀ ਚਾਲ ਹੁੰਦੀ, ਕੋਈ ਸਾਧ ਆਪਣੀ ਚਾਲ ਚੱਲਦੇ ਨੇ, ਤੁਸੀਂ ਇੱਥੇ ਆਣ ਕੇ ਕਿਉਂ ਬਹਿ ਗਈਆਂ? ਤੇ ਹੁਣ ਤੇ ਸਾਧ ਆਲੇ ਦੁਆਲੇ ਬਣਾ ਕੇ ਬੈਠੇ ਹੋਏ, ਸਾਧ ਨਹੀਂ ਆਉਣ, ਸਾਧ ਪੁਣਾ ਨਹੀਂ ਕਾਇਮ ਰਹਿੰਦਾ ਆਲੇ ਦੁਆਲੇ ਬਿਠਾ ਕੇ ਜਨਾਨੀਆਂ ਭਾਈ। ਤੇ ਗੁਰੂ ਨਾਨਕ ਸਾਹਿਬ ਕਹਿੰਦੇ ਗਾਛੋ ਪੁੱਤਰੀ ਮੇਰੀਓ ਧੀਓ ਜਾਓ, ਗਾਛੋ ਪੁੱਤਰੀ ਰਾਜ ਕੁਵਾਰ, ਜਾਓ ਧੀਓ ਮੇਰੀਓ ਨਾਮ ਭਣੋ, ਰੱਬ ਦਾ ਨਾਮ ਜਪੋ ਜਾ ਕੇ। ਗਾਛੋ ਪੁੱਤਰੀ ਰਾਜ ਕੁਵਾਰ, ਨਾਮ ਭਣੋ ਸੱਚ ਦੋਤ ਸਵਾਰ। ਅੰਮ੍ਰਿਤ ਵੇਲੇ ਉੱਠ ਕੇ ਰੱਬ ਦਾ ਨਾਮ ਜਪਿਆ ਕਰੋ। ਆਪਾਂ ਇੱਧਰ ਮੋੜੇ ਆਈ ਚੰਗੀ ਗੱਲ, ਹੁਣ ਕਹਾਣੀ ਲੰਮੀ ਹੋ ਜਾਣੀ। ਤੇ ਭਾਈ ਗੁਰਦਾਸ ਜੀ ਕਹਿੰਦੇ ਨੇ ਕਿ ਦਰਸ਼ਨ ਦੇਖਣ ਨਾਮ ਦੇ ਭਲ ਕੇ ਉਠ ਤਰਲੋਚਣ ਆਵੇ। ਤੇ ਗੁਰੂ ਕੇ ਸਿੱਖ ਨੂੰ ਵੀ ਹਦਾਇਤ ਹੈ ਕਿ ਭਲ ਕੇ ਉਠ ਪਰਾਉਣਾ ਮੇਰੇ ਘਰ ਆਵੋ। ਤੂੰ ਸਿੱਖਾ ਸੰਗਤ ਵਿੱਚ ਆ, ਗੁਰਦੁਆਰੇ ਆ, ਸਵੇਰੇ ਉੱਠ ਕੇ ਰੱਬ ਰੱਬ ਕਰਿਆ ਕਰ, ਮੰਦਰ ਮਸੀਤੇ ਕੋ ਬੈਠੇ ਕੋ ਗੁਰਦੁਆਰੇ। ਹੁਣ ਆ ਜਾਂਦੇ ਨੇ ਭਗਤ ਨਾਮਦੇਵ ਦੇ ਕੋਲ, ਭਗਤ ਤਰਲੋਚਨ ਜੀ ਆਉਂਦੇ ਨੇ, ਤੇ ਇਹ ਨਹੀਂ ਬਿਆਨ ਕੇ ਗੱਪਾਂ ਮਾਰਨ ਲੱਗ ਪੈਂਦੇ ਜਾਂ ਵੀਡੀਓ ਬਣਾ ਕੇ WhatsApp ਤੇ ਪਾਉਣ ਲੱਗ ਪੈਂਦੇ ਨੇ। ਨਾ ਨਾ, ਕਰਦੇ ਕੀ ਨੇ? ਦਰਸ਼ਨ ਦੇਖਣ ਨਾਮਦੇਵ, ਪਲ ਕੇ ਉਠ ਤਰਲੋਚਨ ਆਵੇ। ਤੇ ਕਰਦੇ ਕੀ ਨੇ ਦੋਵੇਂ? ਹੁਣ ਭਗਤ ਕਰਨ ਮਿਲ ਦੋਏ ਜਾਣੇ, ਇੱਕ ਉਹ ਰਾਮ ਰਾਮ ਕਹਿੰਦਾ ਤੇ ਪਿੱਛੇ ਭਗਤ ਤਰਲੋਚਨ ਜੀ ਰਾਮ ਰਾਮ ਬੋਲਦੇ ਨੇ। ਮੈਂ ਕਹਿ ਰਿਹਾ ਵੀ ਸਿੱਧੀ ਬੰਦਗੀ ਨਹੀਂ ਹੁੰਦੀ, ਇਹ ਤਾਂ ਜਿਨ੍ਹਾਂ ਨੇ ਜਪਿਆ ਹੋਵੇ ਉਹਨਾਂ ਕੋਲ ਬਹਿਣਾ ਪੈਂਦਾ, ਉਹਨਾਂ ਦੇ ਨਾਲ ਰਲ ਕੇ। ਜਿੱਦਾਂ ਮਹਾਰਾਜ ਨੇ ਬਚਨ ਕਹਿੰਦਾ ਕਿ ਸਿੱਖੋ ਸ਼ਬਦ ਪਿਆਰਿਓ, ਐ ਗੁਰੂ ਕੇ ਪਿਆਰ ਵਾਲਿਓ, ਸ਼ਬਦ ਨੂੰ ਗਾਉਣਾ ਸਿੱਖੋ, ਸ਼ਬਦ ਨੂੰ ਪੜ੍ਹਨਾ ਸਿੱਖੋ, ਸ਼ਬਦ ਨੂੰ ਧਿਆਉਣਾ ਸਿੱਖੋ। ਇਹ ਕੀ ਕਰਦਾ ਫਿਰਦਾ? ਇਹ ਗੁਰੂ ਗ੍ਰੰਥ ਸਾਹਿਬ ਮੋਢਿਆਂ ਤੇ ਰੱਖ ਕੇ ਤੇ ਗਲੀਆਂ 'ਚ ਲੈ ਕੇ ਤੁਰਿਆ ਫਿਰਦਾ। ਇਹ ਪਤਾ ਨਹੀਂ ਕਿੱਥੋਂ ਇਹੋ ਜਿਹੀਆਂ ਪਰੰਪਰਾਵਾਂ ਆ ਗਈਆਂ ਸਾਡੀ ਕੌਮ ਦੇ ਵਿੱਚ। ਕੋਈ ਗੁਰੂ ਗ੍ਰੰਥ ਸਾਹਿਬ ਨੂੰ ਮੋਢਿਆਂ ਤੇ ਰੱਖ ਕੇ ਇੱਧਰੋਂ ਤੁਰਿਆ ਜਾਂਦਾ ਤੇ ਦੂਜਾ ਇੱਧਰੋਂ ਐ ਨੂੰ ਤੁਰਿਆ ਆਉਂਦਾ। ਗਲੀ ਗਲੀ ਬਾਜ਼ਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਮੋਢਿਆਂ ਤੇ ਲੈ ਕੇ ਤੁਰੇ ਫਿਰਦੇ ਨੇ। ਇਹ ਕੋਈ ਗੁਰੂ ਗ੍ਰੰਥ ਸਾਹਿਬ ਕੋਈ ਮੋਢਿਆਂ ਤੇ ਚੁੱਕ ਕੇ ਲੈ ਕੇ ਤੁਰਨ ਦਾ ਵਿਸ਼ਾ ਨਹੀਂ ਹੈ। ਭਗਤ ਕਰਨ ਮਿਲ ਦੋਏ ਜਾਣੇ, ਭਗਤੀ ਕਰਦੇ ਨੇ। ਤਰਲੋਚਨ ਤੇ ਨਾਮਦੇਵ ਜੀ ਇਕੱਠੇ ਬੰਦਗੀ ਕਰਦੇ ਨੇ ਬੈਠ ਕੇ। ਕੱਲ ਵੀ ਮੈਨੂੰ ਕੋਈ ਕਹਿ ਰਿਹਾ ਸੀ, ਬਾਬਾ ਜੀ ਇਹ ਜਿਹੜੀਆਂ ਪੁੱਠੀਆਂ ਰੀਤਾਂ ਪੈ ਗਈਆਂ ਨੇ ਕੌਮ ਦੇ ਵਿੱਚ ਕਿ ਗੁਰੂ ਗ੍ਰੰਥ ਸਾਹਿਬ ਨੂੰ ਗਲੀਆਂ ਬਾਜ਼ਾਰਾਂ 'ਚ ਲੈ ਕੇ ਤੁਰੇ ਫਿਰਨਾ, ਇਹ ਬੰਦ ਹੋਣਗੀਆਂ? ਮੈਂ ਕਿਹਾ ਇਹ ਬੰਦ ਲੋਕੀ ਸਿੱਖ ਨਹੀਂ ਕਰਨਗੇ, ਇਹ ਮੰਨਦੇ ਨਹੀਂ ਕਿਸੇ ਦੀ। ਹਾਂ, ਕੋਈ ਪੰਜਾਬ ਦਾ ਪਿੰਡ ਹੈ ਜਿੱਥੇ ਗਲੀਆਂ 'ਚ ਨਹੀਂ ਫਿਰਦੇ, ਗੁਰਦੁਆਰੇ ਬੈਠ ਕੇ ਸੁਖਮਨੀ ਸਾਹਿਬ ਦਾ ਪਾਠ ਕਥਾ ਕੀਰਤਨ ਕਰਦੇ ਨੇ। ਬਹੁਤਿਆਂ ਜਦੋਂ ਪਿੰਡਾਂ 'ਚ ਲੈ ਕੇ ਤੁਰੇ ਫਿਰਦੇ ਨੇ ਗੁਰੂ ਗ੍ਰੰਥ ਸਾਹਿਬ ਨੂੰ, ਪਟਾਕੇ ਚਲਾਉਂਦੇ ਨੇ, ਸ਼ਰਾਰਤਾਂ ਕਰਦੇ ਨੇ, ਥਾਂ ਤੇ ਖਾਣਾ ਲੰਗਰ ਪਾਣੀ ਸਾਰੀ ਦਿਹਾੜੀ ਖਾਈ ਜਾਂਦੇ ਨੇ। ਅਗਲੇ ਦਿਨ ਮੁੜ ਕੇ ਡਾਕਟਰਾਂ ਵੱਲ ਤੁਰ ਜਾਂਦੇ ਨੇ। ਉਹ ਖਾਣ ਪੀਣ ਦਾ ਪਰਹੇਜ਼ ਕਰੋ, ਕੋਈ ਰੱਬ ਦੀ ਬੰਦਗੀ ਕਰੋ, ਕਿ ਗੁਰਪੁਰਬ ਹੁਣ ਲੰਗਰ ਵਿੱਚ ਰੁੜ ਗਿਆ ਸਾਡਾ ਸਾਰਾ ਹੀ। ਤੇ ਭਾਈ ਗੁਰਦਾਸ ਜੀ ਕਹਿੰਦੇ ਨੇ ਭਗਤ ਕਰਨ ਮਿਲ ਦੋਏ ਜਾਣੇ। ਨਾਮਦੇਵ ਜੀ ਅੱਗੇ ਅੱਗੇ ਬੋਲਦੇ ਨੇ ਤੇ ਤਰਲੋਚਨ ਜੀ ਪਿੱਛੇ ਪਿੱਛੇ ਰਾਮ ਰਾਮ ਬੋਲਦੇ ਨੇ। ਜਿੱਦਾਂ ਉਹ ਗਣਕਾਂ ਜਿਸ ਤਰ੍ਹਾਂ ਤੋਤੇ ਨੂੰ ਰਾਮ ਰਾਮ ਬੁਲਾਉਂਦੀ ਸੀ ਨਾ, ਇਸੇ ਤਰ੍ਹਾਂ ਹੀ ਸਿੱਖੋ ਸ਼ਬਦ ਪਿਆਰਿਓ ਜਨਮ ਮਰਨ ਕੀ ਟੇਕ। ਜੇ ਸਿੱਖਾ ਤੂੰ ਸ਼ਬਦ ਨੂੰ ਗਾਉਣਾ ਸਿੱਖ ਗਿਓ ਨਾ, ਸ਼ਬਦ ਨੂੰ ਧਿਆਉਣਾ ਸਿੱਖ ਗਿਓ, ਸ਼ਬਦ ਨੂੰ ਵਿਚਾਰਨਾ ਸਿੱਖ ਗਿਓ, ਸ਼ਬਦ ਨੂੰ ਪੜ੍ਹਨਾ ਸਿੱਖ ਗਿਆ, ਤੇ ਤੇਰਾ ਇਹ ਜਨਮ ਮਰਨ ਦੋਵਾਂ ਦੀ ਟੇਕ ਬਣ ਜੂ। ਜਨਮ ਮਰਨ ਕੀ ਟੇਕ, ਮੁਖ ਉਜਲ ਸਦਾ ਸੁਖੀ, ਨਾਨਕ ਸਿਮਰਤ ਏਕ। ਕਿਉਂਕਿ ਮਾਰਨ ਦਾ ਬਚਨ ਆਉਂਦਾ ਹੈ ਕਿ ਸਾਧੂ ਸੰਗ ਸਿਖਾਇਓ ਨਾਮ।
ਸਾਧੂ ਦਾ ਸੰਗ ਦੇ ਵਿੱਚ ਬੈਠ ਕੇ ਹੀ ਨਾਮ ਜਪਣ ਦੀ ਯੁਕਤੀ ਮਿਲਦੀ ਹੈ। ਜਿਸ ਤਰ੍ਹਾਂ ਇੱਕ ਬਚਨ ਆਉਂਦਾ ਕਿ ਸੰਤ ਕਾ ਦਰਸ਼ ਪੂਰਨ ਇਸ਼ਨਾਨ। ਦੁਨੀਆ ਦੇ ਤੀਰਥਾਂ ਤੇ ਨਾਉਣ ਜਾਓ, ਇਹ ਇਸ਼ਨਾਨ ਅਧੂਰੇ ਨੇ। ਸੰਤ ਕਾ ਦਰਸ਼ ਪੂਰਨ ਇਸ਼ਨਾਨ, ਕਿਤੇ ਕੋਈ ਬਾਬਾ ਅਤਰ ਸਿੰਘ ਵਰਗੇ ਦਾ ਦਰਸ਼ਨ ਹੋ ਜਾਵੇ, ਹਾਂਜੀ, ਕੋਈ ਬੰਦਗੀ ਵਾਲੇ ਮਹਾਂਪੁਰਖ ਦਾ ਦਰਸ਼ਨ ਹੋ ਜੇ, ਤੇ ਤੀਰਥਾਂ ਦੇ ਧੱਕੇ ਖਾਣ ਦੀ ਕੋਈ ਲੋੜ ਹੀ ਨਹੀਂ ਹੈ। ਜਿਸ ਤਰ੍ਹਾਂ ਕਬੀਰ ਨੇ ਨਹੀਂ ਕਿਹਾ, ਕਬੀਰ ਸੰਤ ਕੀ ਗੈਲ ਨਾ ਛੋਡੀਏ, ਮਾਰਗ ਲਾਗੋ ਜਾਓ, ਪੇਕਤ ਹੀ ਪਨੀਤ ਹੋਏ, ਭੇਟਤ ਜਪੀਏ ਨਾ। ਲੋਕੀ ਤੀਰਥਾਂ ਤੇ ਭਟਕਦੀ ਆ, ਨਾ ਨਾ। ਮਾਰ ਕਹਿੰਦੇ ਜਿਹੜਾ ਸਾਧੂ ਕੇ ਸੰਗਤ ਹੋ ਜਾਣਾ, ਇਹ ਵੱਡਾ ਪੂਰਨ ਇਸ਼ਨਾਨ। ਸੰਤ ਕਾ ਦਰਸ਼ ਪੂਰਨ ਇਸ਼ਨਾਨ। ਤੇ ਇਸ ਕਰਕੇ ਮਾਰ ਕੇ ਉਹ ਭਗਤ ਤਰਲੋਚਨ ਜੀ ਦਰਸ਼ਨ ਕਰਨ ਆਉਂਦੇ ਨੇ ਭਗਤ ਨਾਮਦੇਵ ਜੀ ਦਾ। ਦਰਸ਼ਨ ਦੇਖਣ ਨਾਮ ਦੇ ਭਲਕੇ ਉਠ, ਤਰਲੋਚਨ ਆਵੇ, ਭਗਤ ਕਰਨ ਮਿਲ ਦੋਏ ਜਾਏ ਨੇ। ਤੇ ਬੰਦਗੀ ਕਰਦੇ ਨੇ ਦੋਵੇਂ ਬੈਠ ਕੇ। ਇੱਕ ਤੇ ਬੰਦਗੀ ਤੇ ਦੂਸਰਾ ਕੀ ਕਰਦੇ ਨੇ, ਨਾਮਦੇਵ ਹਰ ਚਲਤ ਸੁਣਾਵੇ। ਕਿਉਂਕਿ ਜਿਹੜੀ ਇਹ ਕਥਾ ਕਹਾਣੀਆਂ ਹੁੰਦੀਆਂ ਵਾ, ਇਹ ਸ਼ਰਧਾ ਪੈਦਾ ਕਰਦੀਆਂ ਨੇ। ਹਰ ਕੀਆਂ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ। ਜਿੱਦਾਂ ਉਹ ਗੁਰੂ ਕਾ ਬਚਨ ਆਉਂਦਾ, ਬਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਣ। ਨਾਮ ਸਿਮਰਨ ਰੱਬ ਦੀ ਬੰਦਗੀ ਇੱਕ ਵੱਖਰਾ ਵਿਸ਼ਾ ਵਾ, ਪਰ ਜਿਹੜੀ ਕਥਾ ਕਹਾਣੀ ਹੁੰਦੀ ਇੱਕ ਵੱਖਰਾ ਵਿਸ਼ਾ। ਕਥਾ ਕਹਾਣੀਆਂ ਦੇ ਨਾਲ ਸ਼ਰਧਾ ਪੈਦਾ ਹੁੰਦੀ ਆ ਮਨ ਵਿੱਚ। ਤੇ ਤਿੰਨਾਂ ਦੇਖ ਮਨ ਚਾਉ ਉਠੰਦਾ ਹੋ, ਕਦ ਪਾਈ ਗੁਣ ਤਾਸਾ। ਫਿਰ ਚਾਹ ਪੈਦਾ ਹੁੰਦਾ ਹੈ। ਭਗਤਾਂ ਦੇ ਰੱਬ ਆਪ ਕੰਮ ਕਰਦਾ ਹੈ, ਭਗਤਾਂ ਦੇ ਦੁੱਖ ਹਰਦਾ ਹੈ। ਭਗਤਾਂ ਨੂੰ ਇੰਨਾ ਮਾਣ, ਨੀਚ ਜਾਤ ਹਰ ਜਪਦਿਆਂ ਉਤਮ ਪਦਵੀ ਪਾਏ। ਪੁੱਛੋ ਦਾਸੀ ਬਿਦਰ ਸੁੱਤੇ, ਕ੍ਰਿਸ਼ਨ ਉਤਰਿਆ ਜਿਸ ਘਰ ਆਏ। ਜਿਨ ਕੀ ਕੋਈ ਜਾਤ ਨਹੀਂ ਪਾਤ ਨਹੀਂ, ਰੱਬ ਨੇ ਉਹਨਾਂ ਨੂੰ ਏਡਾ ਏਡਾ ਮਾਣ ਬਖਸ਼ਿਆ। ਜਦੋਂ ਇਦਾਂ ਦੀਆਂ ਹੀ ਕਥਾ ਕਹਾਣੀਆਂ ਸੁਣਾਂਗੇ ਤੇ ਮਨ ਵਿੱਚ ਸ਼ਰਧਾ ਪੈਦਾ ਹੋਊਗੀ। ਪਰ ਆ ਜਿਹੜਾ ਇੱਕ ਵੱਖਰਾ ਲਾਣਾ ਤੁਰਿਆ ਫਿਰਦਾ, ਜਿਹੜੇ ਕਹਿੰਦੇ ਸਾਖੀਆਂ ਹੁੰਦੀਆਂ ਹੀ ਨਹੀਂ ਆ, ਉਹਨਾਂ ਦੇ ਮਗਰ ਲੱਗ ਕੇ ਫਿਰ ਬੰਦਾ ਬੰਦਗੀ ਨਹੀਂ ਕਰ ਸਕਦਾ। ਹੁਣ ਗਿਆਨੀ ਸੰਤ ਸਿੰਘ ਮਸਕੀਨ ਨੂੰ ਦੀ ਕਥਾ ਸੁਣੋ, ਤੇ ਉਹਨਾਂ ਦੀ ਕਥਾ ਸੁਣ ਕੇ ਨਾਮ ਜਪਣ ਦਾ ਚਾਅ ਜਿਹਾ ਪੈਦਾ ਹੁੰਦਾ ਹੈ। ਤੇ ਗਿਆਨੀ ਗੁਰਕਬਾਲ ਸਿੰਘ ਜੀ ਅੰਮ੍ਰਿਤਸਰ ਵਾਲਿਆਂ ਦੀ ਕਥਾ ਸੁਣੋ ਤੇ ਸ਼ਰਧਾ ਪੈਦਾ ਹੁੰਦੀ ਆ। ਧੁੰਦਾ ਲਾਣਾ ਤੇ ਢੱਡਰੀ ਲਾਣਾ, ਇਹਨੂੰ ਸੁਣੋ ਤੇ ਮਨ ਵਿੱਚ ਵਿਸ਼ਵਾਸ ਟੁੱਟ ਜਾਂਦਾ, ਸ਼ਰਧਾ ਹੀ ਮੁੱਕ ਜਾਂਦੀ ਰੱਬ ਦੇ ਉੱਤੋਂ। ਇਸ ਕਰਕੇ ਮੈਂ ਕਹਿ ਰਹੀ, ਭਗਤ ਕਰਨ ਮਿਲ ਦੋਏ ਜਾਣੇ, ਨਾਮ ਦਿਓ ਹਰ ਚਲਤ ਸੁਣਾਵੇ। ਰੱਬ ਦੀਆਂ ਕਥਾ ਕਹਾਣੀਆਂ ਨਾਮਦੇਵ ਸੁਣਾਉਂਦਾ, ਤੇ ਨਾਲ ਭਗਤ ਤਰਲੋਚਨ ਜੀ ਨੂੰ ਸਿਮਰਨ ਵੀ ਕਰਾਉਂਦਾ। ਆ ਜਿਹੜਾ ਹੁਣ ਸਿਮਰਨਾ ਕਰਾਉਂਦੇ ਫਿਰਦੇ ਨਾ ਲੋਕੀ, ਕਈ ਅੱਜ ਕੱਲ੍ਹ ਇਹ ਸਿਮਰਨ ਵੀ ਲੋਕਾਂ ਨੇ ਧੰਦਾ ਹੀ ਬਣਾ ਲਿਆ। ਲਿਫਾਫੇ ਲੈਂਦੇ ਨੇ ਸਿਮਰਨ ਕਰਾਉਣ ਵਾਲੇ ਵੀ ਕਥਾ ਕਰਕੇ। ਆ ਮੈਨੂੰ ਕੱਲ੍ਹ ਪਰਸੋਂ ਕਿਸੇ ਨੇ ਦੱਸਿਆ ਸੀ ਕਿ ਉਹ ਸਰਬਜੀਤ ਸਿੰਘ ਲੁਧਿਆਣੇ ਵਾਲਾ ਇੱਥੇ ਕਥਾ ਕਰਨ ਆਇਆ ਕਿਤੇ, ਤੇ ਉਹਨੂੰ 5000 ਦਿੱਤਾ, ਤੇ ਉਹ ਕਹਿੰਦੇ ਨਹੀਂ 11000 ਤੋਂ ਘੱਟ ਕਥਾ ਨਹੀਂ ਕਰਦੇ। ਇਹ ਸਾਡਾ ਵਪਾਰ ਹੋ ਗਿਆ। ਨਾਮ ਸਿਮਰਨ ਕਥਾ ਕਹਾਣੀ ਸਾਡਾ ਵਪਾਰ ਹੋ ਗਿਆ। ਕੋਟ ਮੱਦੇ ਕੋ ਵਿਰਲਾ ਸੇਵਕ ਹੋ ਸਗਲੇ ਬਿਹਾਰੀ। ਇਹ ਧਰਮ ਦੇ ਨਾਲ ਵਪਾਰ ਕਰਦੇ ਫਿਰਦੇ ਨੇ ਲੋਕ। ਭਗਤ ਕਰਨ ਮਿਲ ਦੋਏ ਜਾਣੇ, ਨਾਮ ਦਿਓ ਹਰ ਚਲਤ ਸੁਣਾਵੇ। ਉਹ ਸੁਣਾਉਂਦਾ ਕਿਸ ਤਰ੍ਹਾਂ ਆਪਣੇ ਪਿਆਰਿਆਂ ਨੂੰ ਉਹ ਤੱਤੀ ਵਾਹ ਨਹੀਂ ਲੱਗਣ ਦਿੰਦਾ, ਉਹ ਜਲ ਵਿੱਚ ਡੁੱਬਣ ਨਹੀਂ ਦਿੰਦਾ। ਅੱਗ ਉਹਦੇ ਪਿਆਰਿਆਂ ਨੂੰ ਕੋਈ ਸਾੜ ਨਹੀਂ ਸਕਦੀ, ਸ਼ਸਤਰ ਕੋਈ ਕੱਟ ਨਹੀਂ ਸਕਦਾ ਉਹਦੇ ਪਿਆਰਿਆਂ ਨੂੰ। ਕੋਈ ਕੁਛ ਵੀ ਹੋ ਜੇ, ਉਹਨਾਂ ਦੇ ਪਿਆਰਿਆਂ ਨੂੰ ਆਂਚ ਨਹੀਂ ਲੱਗਦੀ। ਜਦੋਂ ਇੱਦਾਂ ਦੀਆਂ ਗੱਲਾਂ ਭਗਤ ਨਾਮਦੇਵ ਨੇ ਤਰਲੋਚਨ ਨੂੰ ਸੁਣਾਈਆਂ ਨਾ, ਤੇ ਮਨ ਚ ਚਾਅ ਪੈਦਾ ਹੋ ਗਿਆ, ਮੈਂ ਵੀ ਇਸ ਕੋਈ ਰੱਬ ਦੀ ਬੰਦਗੀ ਕਰਾਂ ਤੇ ਰੱਬ ਦਾ ਦਰਸ਼ਨ ਕਰਾਂ।
ਤੇ ਭਗਤ ਮੇਰੀ ਪੀ ਕਰ ਬੇਨਤੀ ਦਰਸ਼ਨ ਪਾਵਾਂ ਜੇ ਤਿਸ ਭਾਵਾਂ। ਭਗਤ ਨਾਮਦੇਵ ਨੂੰ ਇੱਕ ਦਿਨ ਤਰਲੋਚਨ ਕਹਿਣ ਲੱਗਾ ਵੀ ਮੈਨੂੰ ਵੀ ਦਰਸ਼ਨ ਕਰਾ, ਹਾਂ ਜਿਹਦੀਆਂ ਤੂੰ ਕਥਾ ਕਹਾਣੀਆਂ ਸੁਣਾਉਂਦਾ ਉਹਦਾ ਦਰਸ਼ਨ ਕਰਾ। ਹੁਣ ਸਾਡੇ ਕੋਲ ਕਥਾ ਕਹਾਣੀਆਂ ਹੀ ਆ, ਅਸੀਂ ਕਿਸੇ ਦਾ ਦਰਸ਼ਨ ਥੋੜ੍ਹਾ ਕੀਤਾ ਰੱਬ ਦਾ। ਜੇ ਸਾਨੂੰ ਕੋਈ ਆਖੇ ਵੀ ਤੁਸੀਂ ਰੱਬ ਨੂੰ ਮਿਲੇ ਹੋ ਤਾਂ ਸਾਨੂੰ ਮਿਲਾਓ, ਤੇ ਅਸੀਂ ਕਿੱਦਾਂ ਮਿਲਾਵਾਂਗੇ? ਅਸੀਂ ਤਾਂ ਰੱਬ ਨੂੰ ਮਿਲੇ ਹੀ ਨਹੀਂ ਗਾ। ਇਹ ਤੇ ਇਲਮ ਪੜ੍ਹ ਕੇ ਆਲਮ ਹੋਇਓ, ਕਦੀ ਆਪਣੇ ਆਪ ਨੂੰ ਪੜ੍ਹਿਆ ਹੀ ਜਾ ਵੜਦਾ ਵਿੱਚ ਮਸੀਤਾਂ, ਕਦੀ ਆਪਣੇ ਅੰਦਰ ਵੀ ਵੜਿਆ ਹੀ। ਸਾਡੇ ਕੋਲ ਤਾਂ ਕਥਾ ਹੀ ਕਹਾਣੀਆਂ, ਸਾਡੇ ਪੱਲੇ ਕੋਈ ਹੈ ਥੋੜ੍ਹਾ ਕੁਛ ਥੋੜ੍ਹਾ। ਇੱਕ ਦਿਨ ਮੈਂ ਸੁਣ ਰਿਹਾ ਸੀ ਪਿੰਦਰਪਾਲ ਨੂੰ, ਉਹ ਕਹਿੰਦਾ ਸਾਡੇ ਕੋਲ ਕਥਾ ਹੀ ਕਹਾਣੀਆਂ, ਸਾਡੇ ਪੱਲੇ ਕੁਛ ਨਹੀਂ ਆ। ਉਹ ਆਪਣੀ ਸੱਚਾਈ ਮੰਨ ਗਿਆ। ਕਥਾ ਕਹਾਣੀ ਇੱਕ ਵੱਖਰਾ ਵਿਸ਼ਾ ਵਾ, ਰੱਬ ਦੀ ਬੰਦਗੀ, ਰੱਬ ਦਾ ਮਿਲਣ ਇੱਕ ਵੱਖਰਾ ਵਿਸ਼ਾ ਵਾ। ਪੰਡਤ ਹੋ ਕੇ ਵੇਦ ਬਖਾਨੇ, ਮੂਰਖ ਨਾਮ ਦਿਓ ਰਾਮੇ ਜਾਣੇ। ਮੇਰੀ ਪੀ ਕਰ ਬੇਨਤੀ ਦਰਸ਼ਨ ਪਾਵਾਂ ਜੇ ਤਿਸ ਭਾਵਾਂ। ਦਰਸ਼ਨ ਪਾਵੇਂ ਜੇ ਤਿਸ ਭਾਵਾਂ। ਭਗਤ ਤਰਲੋਚਨ ਜੀ ਕਹਿਣ ਲੱਗੇ ਰੱਬ ਨੂੰ ਮੇਰੀ ਬੇਨਤੀ ਕਰ ਤੇ ਮੈਨੂੰ ਰੱਬ ਦਾ ਕਿਤੇ ਦਰਸ਼ਨ ਹੋ ਜੇ। ਕਿਉਂਕਿ ਰੱਬ ਭਗਤ ਨਾਮਦੇਵ ਦੀ ਸਿੱਧੀ ਗੱਲ ਰੱਬ ਦੇ ਨਾਲ ਵਾ। ਇੱਕ ਦਿਨ ਰੱਬ ਆ ਗਿਆ ਭਗਤ ਨਾਮਦੇਵ ਦੇ ਕੋਲ, ਤੇ ਭਗਤ ਨਾਮਦੇਵ ਜੀ ਕਹਿੰਦੇ ਪਰਮੇਸ਼ਰ ਤੇ ਰੱਬ ਦੇ ਪਿਆਰਿਆਂ ਦੀ ਕਿੰਨੀ ਕੁ ਉੱਚੀ ਅਵਸਥਾ ਹੁੰਦੀ ਤੇ ਕਿੰਨੀ ਕੁ ਉੱਚੀ ਪਦਵੀ ਹੁੰਦੀ ਉਹਨਾਂ ਦੀ। ਤੇ ਰੱਬ ਨੇ ਅੱਗੇ ਆਖਿਆ ਭਗਤ ਨਾਮਦੇਵ ਜੀ ਨੂੰ, ਦਾਸ ਅਨਨ ਮੇਰੋ ਨਿਜ ਰੂਪ। ਜਿਹੜਾ ਮੇਰਾ ਪਿਆਰਾ ਵਾ ਨਾ, ਉਹ ਮੇਰਾ ਨਿੱਜੀ ਰੂਪ ਵਾ, ਮੇਰਾ ਹੀ ਰੂਪ ਵਾ। ਦਾਸ ਅਨਨ ਮੇਰੋ ਨਿਜ ਰੂਪ ਦਰਸ਼ਨ ਨਿਮਕ ਤਾਪ ਤਰਈ ਮੋਚਣ। ਅਗਰ ਉਹਦਾ ਦਰਸ਼ਨ ਹੋ ਜੇ ਜਿਹੜਾ ਮੇਰਾ ਵਾ, ਬਾਬਾ ਅਤਰ ਸਿੰਘ ਵਰਗੇ ਇਹੋ ਜਿਹੇ ਕਿਤੇ ਮਹਾਂਪੁਰਖਾਂ ਦਾ ਦਰਸ਼ਨ ਹੋ ਜੇ। ਦਾਸ ਅਨਨ ਮੇਰੋ ਨਿਜ ਰੂਪ ਦਰਸ਼ਨ ਨਿਮਖ। ਅਗਰ ਨਿਮਖ ਮਾਤਰ ਵੀ ਕਿਤੇ ਸੰਤ ਦਾ ਦਰਸ਼ਨ ਹੋ ਗਿਆ, ਤਾਪ ਤਰਈ ਮੋਚਣ। ਤਿੰਨੇ ਤਾਪ, ਜਿਹਨੇ ਤਿੰਨੇ ਤਾਪ ਨਿਵਾਰਨ ਹਾਰਾ, ਇਹ ਤਿੰਨੇ ਤਾਪ ਖਤਮ ਹੋ ਜਾਣਗੇ ਬੰਦੇ ਦੇ ਸੰਤਾਂ ਦੇ ਦਰਸ਼ਨ ਕਰਨ ਦੇ ਨਾਲ। ਦਰਸ਼ਨ ਤਾਪ ਤਰਈ ਮੋਚਨ ਪਰਸਤ ਕਰਤ ਗ੍ਰਹਿ ਅੰਧਕੂਪ। ਜੇ ਤੂੰ ਸਾਰਿਆਂ ਦੀ ਸੰਗਤ ਕਰੇਗਾ ਤੇ ਆ ਜਿਹੜੇ ਖੂਹ 'ਚ ਤੂੰ ਫਸਿਆ ਨਾ, ਗ੍ਰਸਤ ਰੂਪੀ ਖੂਹ 'ਚ, ਸੰਸਾਰ ਰੂਪੀ ਖੂਹ ਦੇ ਵਿੱਚ, ਇਹ ਸੰਤਾਂ ਦੀ ਸੰਗਤ ਦੇ ਨਾਲ ਤੂੰ ਬਚ ਜਾਵੇਂਗਾ। ਇੱਕ ਰੌਚਕ ਜੀ ਗੱਲ ਦੱਸਦੇ ਹੁੰਦੇ ਆ, ਮਹਾਂਪੁਰਖ ਬਾਣੀ 'ਚ ਲਿਖੀ ਆ ਉਹ। ਇੱਕ ਦਿਨ ਇਹ ਭਗਤ ਨਾਮਦੇਵ ਨੇ ਰੱਬ ਨੂੰ ਟੈਲੀਫੋਨ ਮਿਲਾਇਆ। ਤੇ ਕੋਈ ਕਹਿੰਦਾ ਜੀ ਉਦੋਂ ਤਾਂ ਇਹ ਟੈਲੀਫੋਨ ਹੁੰਦੇ ਹੀ ਨਹੀਂ ਸਨ। ਮੈਂ ਕਿਹਾ ਉਹ ਮਿਲਾਇਆ, ਉਹਨੇ ਦੱਸਿਆ ਵਾ ਭਗਤ ਨਾਮਦੇਵ ਨੇ। ਤੇ ਜਦੋਂ ਰੱਬ ਦੀ ਟੱਲੀ ਖੜਕੀ ਨਾ ਫੋਨ ਦੀ, ਤੇ ਹੁਣ ਜਦੋਂ ਖੜਕੀ ਤੇ ਉਹਨੇ ਰਿਸੀਵ ਤੇ ਕਰਨਾ ਹੀ ਸੀ, ਚੁੱਕ ਲਿਆ ਉਹਨੇ। ਉਦੋਂ ਦੂਜੇ ਫੋਨ ਹੁੰਦੇ ਸੀ, ਮੋਬਾਇਲ ਨਹੀਂ ਸੀ ਹੁੰਦੇ। ਜਦੋਂ ਨਾਮਦੇਵ ਨੇ ਰੱਬ ਨੂੰ ਟੈਲੀਫੋਨ ਮਿਲਾਇਆ ਤੇ ਅੱਗੇ ਰੱਬ ਨੇ ਚੁੱਕਿਆ ਤੇ ਚੁੱਕ ਕੇ ਕਹਿੰਦਾ, ਤੂੰ ਕੁਨ ਰੇ? ਕੌਣ ਬੋਲਦਾ ਭਾਈ? ਹੁਣ ਪੁੱਛਣਾ ਪੈਂਦਾ ਨਾ ਵੀ ਕੌਣ ਜੇ। ਹੁਣ ਤੇ ਚਲੋ ਨੰਬਰ ਫੀਡ ਕੀਤੇ ਹੁੰਦੇ ਆ, ਨਾਮ ਫੀਡ ਕੀਤੇ ਹੁੰਦੇ, ਪਤਾ ਲੱਗ ਜਾਂਦਾ ਵੀ ਫਲਾਣੇ ਬੰਦੇ ਦਾ। ਉਦੋਂ ਨੰਬਰ ਨਹੀਂ ਫੀਡ ਹੁੰਦੇ। ਇਹਦਾ ਕੋਈ ਗਲਤ ਨਾ ਭਾਵ ਲੈ ਲਿਓ ਭਾਈ। ਜਦੋਂ ਭਗਤ ਨਾਮਦੇਵ ਨੇ ਟੈਲੀਫੋਨ ਰੱਬ ਨੂੰ ਮਿਲਾਇਆ ਤੇ ਉਹਨੇ ਚੁੱਕਿਆ ਤੇ ਉਹਨੇ ਅੱਗੇ ਆਵਾਜ਼ ਦਿੱਤੀ, ਤੂੰ ਕੁਨ ਰੇ? ਕਹਿਣ ਲੱਗਾ ਜੀ ਮੈਂ ਜੀ। ਹੁਣ ਆਪਾਂ ਕਹਿੰਦੇ ਜਦੋਂ ਆਵਾਜ਼ ਕੋਈ ਆਪਾਂ ਨੂੰ ਦਈਏ, ਆਪਾਂ ਕਹੇ ਭਾਈ ਕੌਣ ਬੋਲਦਾ, ਅੱਗੇ ਉਹ ਨਾਂ ਨਹੀਂ ਦੱਸਦਾ ਹੁੰਦਾ, ਮੈਂ ਹੀ ਬੋਲਦਾ ਭਾਈ, ਆਪਾਂ ਹੀ ਆ। ਜਾਨੀ ਕਿ ਮੇਰੀ ਆਵਾਜ਼ ਪਛਾਣ ਲੂਗਾ ਜਦੋਂ ਮੈਂ ਕਹੂੰਗਾ। ਜਦੋਂ ਅੱਗੇ ਜਾ ਕੇ ਕਿਸੇ ਦਾ ਬੂਹਾ ਖੜਕਾਈਦਾ ਸੀ ਨਾ, ਤੇ ਅੱਗੇ ਉਹ ਪੁੱਛਦਾ ਹੈ ਭਾਈ ਕੌਣ ਆ, ਤੇ ਅੱਗੇ ਆਪਾਂ ਬੋਲਦੇ ਨੇ ਆਪਾਂ ਹੀ ਆ, ਮੈਂ ਹੀ ਆ ਭਾਈ। ਉਹ ਆਵਾਜ਼ ਪਛਾਣ ਲੈਂਦਾ ਸੀ। ਹਾਂਜੀ ਤੂੰ ਅੱਗੇ ਦਿੰਦਾ ਫਲਾਨਾ ਸੋ ਭਾਈ, ਹਾਂਜੀ ਹਾਂਜੀ। ਤੇ ਜਦੋਂ ਭਗਤ ਨਾਮਦੇਵ ਨੇ ਫੋਨ ਮਿਲਾਇਆ ਤੇ ਅੱਗੇ ਉਹ ਆਵਾਜ਼ ਆਈ, ਤੂੰ ਕੁਨ ਰੇ? ਕੌਣ ਆ ਭਾਈ ਤੂੰ? ਮੈਂ ਜੀ, ਮੈਂ ਵਾਂ। ਰੱਬ ਨੇ ਆਵਾਜ਼ ਚੰਗ ਨਾਲ ਪਛਾਣੀ ਨਾ, ਤੇ ਕਹਿਣ ਲੱਗੇ ਨਾਮਾ? ਹਾਂ ਜੀ ਆਹੋ ਨਾਮਾ ਹੀ ਆ ਇਹ।
ਤੇ ਭਗਤਾ ਅੱਜ ਤੇਰੀ ਆਵਾਜ਼ ਨਹੀਂ ਪਛਾਣੀ ਗਈ, ਤੂੰ ਕੋਈ ਐਬਸੈਟ ਜਿਹਾ ਲੱਗਦਾ, ਕੋਈ ਮੂਡ ਖਰਾਬ ਜਿਹਾ ਤੇਰਾ ਲੱਗਦਾ। ਅੱਜ ਆਵਾਜ਼ ਤੋਂ ਪਤਾ ਲੱਗ ਜਾਂਦਾ ਵੀ ਇਹ ਬੰਦਾ ਖੁਸ਼ੀ ਨਾਲ ਬੋਲ ਰਿਹਾ ਕਿ ਗਮੀ ਨਾਲ ਬੋਲ ਰਿਹਾ, ਕਿ ਗਾਲਾਂ ਕੱਢੂਗਾ ਕਿ ਕੋਈ ਉਸਤਤ ਕਰੂਗਾ। ਆਵਾਜ਼ ਤੋਂ ਪਛਾਣਿਆ ਜਾਂਦਾ ਬੰਦਾ ਫੋਨ ਤੇ। ਜਦੋਂ ਰੱਬ ਨੇ ਆਖਿਆ ਤੂੰ ਕੁਨ ਰੇ, ਉਹਨੇ ਆਖਿਆ ਮੈਂ ਜੀ ਨਾਮਾ, ਹਾਂਜੀ ਹਾਂ ਜੀ ਨਾਮਾ ਹੀ ਆ ਇਹ ਭਗਤਾ ਤੇਰੀ ਆਵਾਜ਼ ਨਹੀਂ ਪਛਾਣੀ ਗਈ ਅੱਜ, ਕੀ ਗੱਲ ਆ? ਮੂਡ ਖਰਾਬ ਲੱਗਦਾ ਤੇਰਾ ਅੱਜ। ਕਦੀ ਕਦੀ ਭਗਤਾਂ ਦਾ ਵੀ ਮੂਡ ਖਰਾਬ ਹੋ ਜਾਂਦਾ। ਕਹਿਣ ਲੱਗੇ ਭਗਤ ਨਾਮਦੇਵ ਕਹਿੰਦੇ ਮੂਡ ਖਰਾਬ ਹੀ ਆ ਇਹ, ਕਾਹਤੋਂ ਖਰਾਬ ਹੋ ਗਿਆ? ਗੂੰਜੀ ਪਾਏ ਜਲੇ ਸੰਸਾਰਾ, ਭਗਤ ਨਾ ਵਿਆਪੇ ਮਾਇਆ। ਭਗਤਾਂ ਦਾ ਤਾਂ ਮੂਡ ਖਰਾਬ ਹੋਣਾ ਨਹੀਂ ਚਾਹੀਦਾ। ਉਹ ਕਹਿਣ ਲੱਗੇ ਦੱਸੋ, ਹਾਂ ਜੀ ਦੱਸੋ। ਆਲਾ ਤੇ ਨਿਵਾਰਨਾ ਜਮ ਕਾਰਣਾ, ਆ ਸਿਆਪੇ ਨਹੀਂ ਮੁੱਕਣ ਦੇ। ਇਹ ਕਿਹੜੇ ਸਿਆਪੇ ਪੈ ਗਏ ਭਗਤਾ ਤੈਨੂੰ? ਉਹ ਆ ਘਰ ਦੇ ਸਿਆਪੇ ਨਹੀਂ ਮੁੱਕਣ ਦੇ, ਕਦੀ ਤੇਲ ਮੁੱਕ ਗਏ ਤੇ ਕਦੀ ਦਾਲ ਮੁੱਕ ਗਈ। ਇਹੋ ਸਿਆਪੇ ਨਹੀਂ ਮੁੱਕਣ ਦੇ। ਤੇ ਰੱਬ ਕਹਿੰਦਾ ਭਗਤਾ ਇਹ ਕੰਮ ਤੂੰ ਕਰਨੇ ਨਹੀਂ ਦੁਨਿਆਵੀ। ਕਹਿਣਗਾ ਨਾ 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 ਨਾ, ਇਹ ਕਿਉਂ ਨਹੀਂ? ਆਲਾ ਤੇ ਨਿਵਾਰਨਾ ਜਮ ਕਾਰਨਾ, ਇਹੋ ਤੇ ਜਮ ਚਿੰਬੜੇ ਹੋਏ ਨੇ ਧੰਦੇ ਦੁਨੀਆ ਦੇ। ਹੋਰ ਕੀ ਸਿਆਪੇ ਮੁਕਾ, ਘਰ ਦੇ ਸਿਆਪੇ ਨਹੀਂ ਮੁੱਕਣ ਦੇ। ਸਾਰੀ ਜ਼ਿੰਦਗੀ ਬੰਦਾ ਕਰਦਾ ਕਰਦਾ ਮਰ ਜਾਂਦਾ, ਉਹ ਸਿਆਪਾ ਕੋਈ ਮੁੱਕਦਾ ਹੀ ਨਹੀਂ। ਮਰੇ ਦਾ ਵੀ ਸਿਆਪਾ ਪੈ ਜਾਂਦਾ। ਲੱਕੜਾਂ ਲਿਆਓ, ਬਾਲਣ ਲਿਆਓ, ਕੱਪੜੇ ਲਿਆਓ, ਖੰਡ ਪਾਠ ਕਰਾਓ, ਰਾਗੀ ਮਰੇ ਦਾ ਵੀ ਸਿਆਪਾ ਨਹੀਂ ਮੁੱਕਦਾ ਇੱਥੇ ਦੇ। ਜੀਨਿਆਂ ਦੇ ਕਿਤੋਂ ਸਿਆਪੇ ਮੁੱਕਣੇ, ਮਰਿਆਂ ਦੇ ਵੀ ਨਹੀਂ ਮੁੱਕਦੇ। ਉਹ ਨਾਮਦੇਵ ਨੂੰ ਕਹਿਣ ਲੱਗਾ ਦਰਸ਼ਨ ਦੇਖਾਂ, ਮੇਰੀ ਵੀ ਕਰ ਬੇਨਤੀ ਦਰਸ਼ਨ ਦੇਖਾਂ ਜੇ ਤਿਸ ਭਾਵੇ। ਭਗਤ ਨਾਮਦੇਵ ਜੀ ਨੂੰ ਕਹਿਣ ਲੱਗਾ ਤਰਲੋਚਨ ਤੂੰ ਦਰਸ਼ਨ ਕਰਦਾ ਰੱਬ ਦੇ ਨਾਲ, ਤੇਰੀ ਸਿੱਧੀ ਗੱਲਬਾਤ ਹੈ ਤੇ ਮੇਰੀ ਵੀ ਗੱਲ, ਮੈਨੂੰ ਦਰਸ਼ਨ ਕਰਾ ਰੱਬ ਦਾ। ਆ ਜਿਹੜੇ ਨਕਲੀ ਨਿਰੰਕਾਰੀ ਉਹ ਵੀ ਦਰਸ਼ਨ ਕਰਾਉਂਦੇ ਨੇ ਰੱਬ ਦਾ। ਉਹ ਕਹਿੰਦੇ ਨੇ ਆ ਇੱਕ ਧਰਤੀ ਆ ਆਕਾਸ਼ ਵਾ ਤੇ ਆ ਵਿੱਚ ਇਹ ਰੱਬ ਵਾ, ਵੇਖ ਲਓ ਇਹ ਵੀ ਕੋਈ ਤਰੀਕਾ ਰੱਬ ਨੂੰ ਮਿਲਦਾ ਭਾਈ। ਲਓ ਜੀ, ਜਦੋਂ ਭਗਤ ਤਰਲੋਚਨ ਨੇ ਆਖਿਆ ਵੀ ਮੇਰੀ ਵੀ ਕਰ ਬੇਨਤੀ, ਤੂੰ ਰੱਬ ਦੇ ਨਾਲ ਤੇਰੀ ਸਿੱਧੀ ਗੱਲਬਾਤ ਆ ਤੇ ਮੈਨੂੰ ਵੀ ਦਰਸ਼ਨ ਕਰਾ। ਤੇ ਠਾਕਰ ਜੀ ਨੂੰ ਪੁੱਛਿਉਣ ਦਰਸ਼ਨ ਕਿਵੇਂ ਤਰਲੋਚਨ ਪਾਵੇ। ਉਹ ਠਾਕਰ ਨੂੰ ਪੁੱਛਿਆ ਵੀ ਭਗਤ ਤਰਲੋਚਨ ਉਹ ਮੇਰੇ ਕੋ ਆਉਂਦਾ ਤੇ ਉਹ ਤੁਹਾਡਾ ਦਰਸ਼ਨ ਕਰਨਾ ਚਾਹੁੰਦਾ। ਕਹਿਣ ਲੱਗੇ ਉਹਨੂੰ ਕੀ ਲੋੜ ਪੈ ਗਈ ਸਾਡਾ ਦਰਸ਼ਨ ਕਰਨ ਦੀ? ਉਹ ਬਾਣੀਆਂ ਵਾ, ਵਪਾਰੀ ਬੰਦਾ ਵਾ, ਮਾਇਆ 'ਚ ਖਚਤ ਹੋਇਆ ਵਾ ਤੇ ਮਾਇਆ ਧਾਰੀ ਆ, ਤੰਨਾ ਬੋਲਾ। ਕਹਿਣ ਲੱਗੇ ਉਹ ਤੁਹਾਡਾ ਦਰਸ਼ਨ ਕਰਨਾ ਚਾਹੁੰਦਾ। ਤੇ ਜਦੋਂ ਇਦਾਂ ਕਿਹਾ ਨਾ ਭਗਤ ਨਾਮਦੇਵ ਨੇ, ਤੇ ਅੱਗਿਓਂ ਫਿਰ ਹੱਸ ਕੇ ਠਾਕਰ ਬੋਲੇ। ਹੁਣ ਭਗਵਾਨ ਰੱਬ ਹੱਸ ਪਿਆ। ਹੁਣ ਕਿੱਦਾਂ ਦੀਆਂ ਗੱਲਾਂ ਲਿਖੀਆਂ ਨੇ? ਇੱਕ ਪਾਸੇ ਤਾਂ ਅਸੀਂ ਕਹਿੰਦੇ ਵੀ ਉਹਦਾ ਕੋਈ ਚੱਕਰ ਚਿਹਰ ਨਹੀਂ ਗਾ, ਇੱਕ ਪਾਸੇ ਕਹਿੰਦੇ ਉਹ ਭਗਤਾਂ ਨਾਲ ਗੱਲਾਂ ਕਰਦਾ ਵਾ, ਭਗਤਾਂ ਦੇ ਕੋਲ ਆਉਂਦਾ ਵਾ, ਭਗਤਾਂ ਦੇ ਕੰਮ ਕਰਦਾ ਵਾ, ਭਗਤਾਂ ਨੂੰ ਮਿਲਦਾ ਵਾ। ਇੱਕ ਪਾਸੇ ਕਹਿੰਦੇ ਉਹਦਾ ਚੱਕਰ ਚਿਹਰ ਨਹੀਂ ਆ। ਇੱਕ ਪਾਸੇ ਉਹ ਜਿੱਦਾਂ ਬਾਬੇ ਫਰੀਦ ਨੂੰ ਆਣ ਕੇ ਮਿਲਿਆ, ਫਰੀਦਾ ਆਪ ਸਵਾਰੇ ਮੈਂ ਮਿਲੇ। ਜਦੋਂ ਬਹੁਤੇ ਲਾਮੇ ਮਾਰੇ ਨਾ ਫਰੀਦ ਨੇ, ਉਹ ਇੰਨਾ ਚਿਰ ਹੋ ਗਿਆ ਰੱਬ ਰੱਬ ਕਰਦਿਆਂ, ਬੁੱਢੇ ਹੋ ਗਏ ਆ, ਬੁੱਢਾ ਹੋਵਾ ਸ਼ੇਖ ਫਰੀਦ, ਅਜੇ ਸੋ ਰੱਬ ਨਾ ਬੌੜਿਓ। ਤੇ ਫਿਰ ਰੱਬ ਨੇ ਆਵਾਜ਼ ਦਿੱਤੀ, ਬਾਬਾ ਭਗਤਾ ਆਪ ਸਵਾਰੇ ਮੈਂ ਮਿਲੇ, ਮੈਂ ਮਿਲਿਆ ਸੁਖ ਹੋਏ। ਕਿਹਨੇ ਕਿਹਾ? ਇਹ ਅੰਦਰ ਆਤਮਾ ਦੀ ਸੁੱਧ ਆਵਾਜ਼ ਹੈ। ਇਸੇ ਨੂੰ ਧੁਰਕੀ ਬਾਣੀ ਕਹਿੰਦੇ ਨੇ, ਜਿਹੜੀ ਅੰਦਰੋਂ ਆਤਮਾ ਜੋ ਸੁੱਧ ਆਵਾਜ਼ ਆਉਣੀ ਹੈ ਨਾ, ਤੁਹਾਡਾ ਉਹਨੇ ਗਾਈਡ ਕਰਨਾ, ਤੁਹਾਨੂੰ ਰਾਹ ਦੱਸਣਾ ਆਤਮਾ ਨੇ, ਉਹਨੂੰ ਧੁਰਕੀ ਬਾਣੀ ਕਹਿੰਦੇ ਆ। ਉਹ ਕੋਈ ਧੁਰਕੀ ਕੋ ਉੱਤੋਂ ਨਹੀਂ ਆਉਂਦੀ, ਅੰਦਰੋਂ ਆਉਂਦੀ ਆ, ਤੁਰ ਮੈਨੇ ਅੰਦਰੋਂ। ਤੇ ਹੁਣ ਜਦੋਂ ਕਿਹਾ ਭਗਤ ਨਾਮਦੇਵ ਨੇ ਵੀ ਤਰਲੋਚਨ ਤੁਹਾਡਾ ਦਰਸ਼ਨ ਕਰਨਾ ਚਾਹੁੰਦਾ, ਤੇ ਹੱਸ ਕੇ ਠਾਕਰ ਬੋਲੇ। ਹੁਣ ਹੱਸ ਕੇ ਰੱਬ ਹੱਸ ਪਿਆ ਕਹਿੰਦੇ ਭਾਈ ਗੁਰਦਾਸ ਜੀ ਲਿਖਦੇ ਨੇ, ਨਾਮਦੇਵ ਨੂੰ ਕਹਿ ਸਮਝਾਇਓ
ਕੀ ਸਮਝਾਇਆ? ਹਾਂ, ਹੱਥ ਨਾ ਆਵੇ ਭੇਟ ਸੋ ਤੁਸ ਤਰਲੋਚਨ ਮੈਂ ਮਨ ਮੂੰਹ ਉਹ ਆ ਬਾਣੀਆਂ, ਉਹ ਮੈਨੂੰ ਲੱਡੂ ਲੁੱਡੂ ਬੜਾ ਰੱਖਦਾ ਮੇਰੇ ਅੱਗੇ, ਖਾਣ ਨੂੰ ਬੜਾ ਕੁਛ ਰੱਖ ਦਿੰਦਾ, ਕਿਉਂਕਿ ਬਾਣੀਆਂ ਦੁਕਾਨ ਵਾਲਾ ਬੰਦਾ, ਉਹਦੇ ਕੋਲ ਲੱਡੂ ਲੁੱਡੂ ਬਥੇਰੇ ਪਏ ਨੇ, ਤੇ ਲੱਡੂਆਂ ਲੁੱਡੂਆਂ ਨੂੰ ਮੈਂ ਨਹੀਂ ਮੰਨਦਾ, ਉਹ ਲੱਡੂਆਂ ਦੁਆਰਾ ਮੈਨੂੰ ਪ੍ਰਸੰਨ ਕਰਨਾ ਚਾਹੁੰਦਾ। ਬਾਣੀਆਂ ਜੂਆ ਕਦੀ ਟਕਾ ਰੱਖ ਦਿੰਦਾ ਮੇਰੇ ਅੱਗੇ, ਮੱਥਾ ਟੇਕ ਦਿੰਦਾ, ਕਦੀ ਬਾਣੀ ਲੱਡੂ ਰੱਖ ਦਿੰਦਾ। ਤੇ ਭਗਤ ਨਾਮਦੇਵ ਕਹਿੰਦੇ ਉਹ ਤੇ ਦਰਸ਼ਨ ਕਰਨਾ ਚਾਹੁੰਦਾ, ਫਿਰ ਕਿੱਦਾਂ ਹੋਣਗੇ? ਜੇ ਤੁਹਾਨੂੰ ਲੱਡੂ ਵੀ ਚੰਗੇ ਨਹੀਂ ਲੱਗਦੇ ਤੇ ਤੁਹਾਨੂੰ ਕੋਈ ਭੇਟਾ ਵੀ ਨਹੀਂ ਚੰਗੀ ਲੱਗਦੀ, ਤੇ ਫਿਰ ਮਿਲਣ ਕਿੱਦਾਂ ਹੋਊਗਾ? ਤੇ ਹਉ ਅਧੀਨ ਹਾਂ ਭਗਤ ਦੇ ਪਹੁੰਚ ਨਹੰਗਾ ਭਗਤੀ ਦਾਵੇ। ਕਹਿਣ ਲੱਗੇ ਮੈਂ ਕਿਸੇ ਭੇਟਾ ਦੁਆਰਾ ਨਹੀਂ ਮਿਲਦਾ, ਮੈਂ ਤੇ ਬੰਦਗੀ ਦੁਆਰਾ ਮਿਲਦਾ ਵਾਂ। ਜਿੱਦਾਂ ਬਚਨ ਹੀ ਆਉਂਦਾ ਪਏ, ਗੋਬਿੰਦ ਭਾਉ ਭਗਤ ਕਾ ਭੁੱਖਾ, ਰੱਬ ਭੁੱਖਾ ਵਾ, ਤੇ ਭੁੱਖੇ ਨੂੰ ਕੋਈ ਚੀਜ਼ ਦਿਓ ਤੇ ਬੜਾ ਪ੍ਰਸੰਨ ਹੁੰਦਾ, ਰੱਜੇ ਨੂੰ ਕੋਈ ਚੀਜ਼ ਦਿਓ ਤੇ ਉਹ ਮੂੰਹ ਨਹੀਂ, ਤੁਹਾਡੇ ਵੱਲ ਮੂੰਹ ਨਹੀਂ ਕਰੂਗਾ। ਕਿਸੇ ਪਿਆਸੇ ਬੰਦੇ ਨੂੰ ਪਾਣੀ ਦੇ ਦਿਓ ਤੇ ਤੁਹਾਡਾ 100 ਵਾਰੀ ਧੰਨਵਾਦ ਕਰੇਗਾ। ਤੇ ਜੇ ਪਹਿਲੋਂ ਪੇਟ ਭਰਿਆ ਹੋਇਆ ਪਾਣੀ ਦਾ ਤੇ ਉਹਨੂੰ ਪਾਣੀ ਦਿਓ ਤੇ ਮੂੰਹ ਦੂਜੇ ਪਾਸੇ ਨੂੰ ਕਰ ਲੈਂਦਾ, ਤੁਹਾਡਾ ਧੰਨਵਾਦ ਉਹਨੇ ਕਿੱਥੋਂ ਕਰਨਾ? ਤੇ ਜਿਹੜੀਆਂ ਅਸੀਂ ਚੀਜ਼ਾਂ ਰੱਬ ਦੇ ਅੱਗੇ, ਰੱਬ ਨੂੰ ਮਿਲਣਾ ਚਾਹੁੰਦੇ ਨੇ, ਉਹ ਰੱਬ ਚੀਜ਼ਾਂ ਵੱਲ ਵੇਂਦਾ ਹੀ ਨਹੀਂਗਾ। ਤੇ ਰੱਬ ਕੀ ਚਾਹੁੰਦਾ? ਗੋਬਿੰਦ ਭਾਉ ਭਗਤ ਕਾ ਭੁੱਖਾ। ਉਹ ਤੇ ਜਿਹੜਾ ਬੰਦਗੀ ਕਰੇਗਾ, ਫੇਰ ਕੇ ਅੱਗੇ ਰੱਖੀਏ ਜੇ ਦਿਸਿਓ ਦਰਬਾਰ, ਮੌਕੇ ਬੋਲਣ ਬੋਲੀਏ ਜਿਸਮ ਧਰੇ ਪਿਆਰ, ਤੇ ਉਥੇ ਅੰਮ੍ਰਿਤ ਵੇਲਾ ਸੱਚ ਨਾ ਹੋਈ ਆ, ਉਹਦੀ ਬੰਦਗੀ ਆ। ਤੇ ਹਉ ਅਧੀਨ ਹਾਂ ਭਗਤ ਕੇ ਪਹੁੰਚ ਨਹੰਗਾ ਭਗਤੀ ਦਾਵੇ। ਜੋ ਗੱਲ ਭਗਤ ਨੇ ਕਹਿਤੀ ਮੈਂ ਉਹਨੂੰ ਮੋੜ ਨਹੀਂ ਸਕਦਾ, ਕਿਉਂਕਿ ਦਰ ਫੇਰ ਨਾ ਕੋਈ ਪਾਏਂਦਾ। ਜਿਹਦੀ ਮੇਰੇ ਤੱਕ ਪਹੁੰਚ ਹੋ ਗਈ ਆ, ਉਹਦੀ ਗੱਲ ਮੈਂ ਨਹੀਂ ਕੋਈ ਮੋੜ ਸਕਦਾ। ਤੇ ਇੱਕ ਗੱਲ ਜ਼ਰੂਰ ਕਹਿ ਦੀ ਭਗਤ ਤਰਲੋਚਨ ਨੂੰ, ਅਜੇ ਉਹ ਭਗਤ ਬਣਿਆ ਨਹੀਂ ਹੈ। ਉਹ ਚਲੋ ਨਾਮ ਜਪਣ ਲੱਗ ਪਿਆ ਤਰਲੋਚਨ ਵੀ, ਤੇ ਇੱਕ ਦਿਨ ਭਗਤ ਨਾਮਦੇਵ ਨੂੰ ਫੇਰ ਮਿਲਣੇ ਆ ਗਿਆ। ਤੇ ਭਗਤ ਨਾਮਦੇਵ ਜੀ ਕੱਪੜੇ ਰੰਗਣ ਦਏ ਸੀ, ਤੇ ਤਰਲੋਚਨ ਕਹਿੰਦਾ ਉਹ ਨਾਮਾ ਮਾਇਆ ਮੋਹਿਆ, ਕਹੇ ਤਰਲੋਚਨ ਮੀਤ, ਕਾਹੇ ਛੀਪੇ ਛਾਇਲੋ ਰਾਮ ਨਾ ਲਾਓ ਚੀਤ। ਉਹ ਥੋੜੇ ਜਿਹੇ ਦਿਨ ਬੰਦਗੀ ਕਰਕੇ ਕਹਿਣ ਲੱਗਾ, ਉਹ ਆਪਣੇ ਆਪ ਨੂੰ ਵੱਡਾ ਸਮਝਣ ਲੱਗ ਪਿਆ ਨਾਮਦੇਵ ਤੋਂ ਭਗਤ ਤਰਲੋਚਨ। ਤੇ ਤਰਲੋਚਨ ਨਾਮਦੇਵ ਨੂੰ ਕਹਿਣ ਲੱਗਾ, ਉਹ ਭਗਤਾ ਤੂੰ ਕਿਹੜੇ ਮੋਹ ਮਮਤਾ 'ਚ ਫਸ ਗਿਆ, ਧੰਦਿਆਂ 'ਚ ਫਸ ਗਿਆ, ਤੂੰ ਤੇ ਭਗਤ ਵਾਂ, ਤੇ ਭਗਤ ਇਹੋ ਜਿਹੇ ਕੰਮ ਥੋੜਾ ਕਰਦੇ ਦੁਨੀਆ ਦੇ। ਨਾਮਾ ਮਾਇਆ ਮੋਇਆ, ਤੂੰ ਤੇ ਮਾਇਆ 'ਚ ਖਚਤ ਹੋ ਗਿਆ, ਕਹੇ ਤਰਲੋਚਨ ਮੀਤ। ਉਹਨੂੰ ਸਮਝਾਇਆ, ਨਹੀਂ ਭਗਤਾ, ਨਾਮਾ ਕਹੇ ਤਰਲੋਚਨਾ, ਮੁਖ ਤੇ ਰਾਮ ਸਮਾਲ, ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ। ਅਸੀਂ ਠੀਕ ਹੁਣ ਕੰਮ ਧੰਦਾ ਕਰਦੇ ਹਾਂ, ਪਰ ਸਾਡਾ ਚਿੱਤ ਨਹੀਂ ਹੈ ਧੰਦਿਆਂ 'ਚ, ਸਾਡਾ ਚਿੱਤ ਰੱਬ ਦੇ ਨਾਮ ਨਾਲ ਜੁੜਿਆ ਹੋਇਆ ਵਾ, ਰੱਬ ਵਾਲੇ ਪਾਸੇ ਲੱਗਿਆ ਹੋਇਆ ਵਾ। ਪਰ ਤਰਲੋਚਨ ਅਜੇ ਨਵਾਂ ਸੀ, ਉਹਨੂੰ ਇਸ ਚੀਜ਼ ਦਾ ਪਤਾ ਨਹੀਂ ਸੀ ਵੀ ਤਾਂ ਧੰਦਿਆਂ ਵਿੱਚ ਰਹਿੰਦਿਆਂ ਵੀ ਕੁਛ ਕਰ ਸਕਦੇ ਹਾਂ। ਪਰ ਇੱਕ ਮੈਂ ਗੱਲ ਕਹਿ ਦਿਆਂ, ਧੰਦਿਆਂ ਵਿੱਚ ਰਹਿ ਕੇ ਉਹੀ ਕੁਛ ਕਰ ਸਕਦਾ ਜਿਹਦੀ ਕੋਈ ਅਵਸਥਾ ਉੱਚੀ ਬਣੀ ਹੋਵੇ। ਪਹਿਲਾਂ ਕੋਈ ਉੱਚੀ ਅਵਸਥਾ ਦਾ ਮਾਲਕ ਬਣ ਗਿਆ ਹੋਵੇ, ਬਾਬੇ ਫਰੀਦ ਵਰਗਾ, ਫਰੀਦ ਵਾਂਗੂ, ਬਾਬਾ ਅਤਰ ਸਿੰਘ ਜੀ ਵਰਗੂ ਕੋਈ ਉੱਚੀ ਅਵਸਥਾ ਦਾ ਮਾਲਕ ਬਣ ਗਿਆ ਹੋ, ਤੇ ਫਿਰ ਕੰਮ ਧੰਦਿਆਂ 'ਚ ਵੀ ਕਿਤੇ ਹੀ ਕੰਮ ਨਾ ਸੀਜੀਏ ਜਾਂ ਹਿਰਦੇ ਸੱਚਾ ਸੋਏ। ਤੇ ਉਹ ਤਾਂ ਅਸੀਂ ਜਦੋਂ ਗੁਟਕਾ ਲੈ ਕੇ ਬੈਨੇ ਮਨ ਤੇ ਸਾਡਾ ਉਦੋਂ ਨਹੀਂ ਜੁੜਦਾ, ਸੰਗਤ ਵਿੱਚ ਨਹੀਂ ਬੈਠਿਆਂ ਜੁੜਦਾ, ਤੇ ਧੰਦਾ ਕਰਦਿਆਂ ਕਿਵੇਂ ਜੁੜ ਜਾਂਦਾ ਮਨ? ਇਹ ਨਾ ਬੰਦਾ ਇੱਕ ਵਹਿਮ ਜਿਹਾ ਪਾਲਦਾ ਵੀ ਮੈਂ ਕੰਮ ਧੰਦੇ ਕਰਦਿਆਂ ਵੀ ਰੱਬ ਦਾ ਨਾਮ ਜਪ ਲੈਣਾ, ਤੇ ਸੰਗਤ ਵਿੱਚ ਤਾਂ ਬੈਠਾ ਨਹੀਂ ਜਾਂਦਾ। ਗੁਟਕਾ ਫੜ ਕੇ ਬਹਿਨੇ ਉਦੋਂ ਤਾਂ ਨੀਂਦ ਆ ਜਾਂਦੀ ਹੈ, ਤੇ ਤੁਰਦਿਆਂ ਫਿਰਦਿਆਂ ਕਿਵੇਂ ਨਾਮ ਜਪਿਆ ਜਾਂਦਾ? ਨਹੀਂ, ਤੁਰਦਿਆਂ ਫਿਰਦਿਆਂ ਉਹ ਹੀ ਜਪ ਸਕਦਾ ਵਾ ਜਿਹੜਾ ਕੋਈ ਬਹਿ ਕੇ ਜਪਦਾ ਹੋਊਗਾ, ਜਿਹਦੀ ਕੋਈ 2-4 ਘੰਟੇ ਦੀ ਰੋਜ਼ ਦੀ ਬੰਦਗੀ ਹੋਊ ਚੌਂਕੜੇ ਵਾਲੀ, ਉਹ ਜਪ ਸਕਦਾ ਤੁਰ ਫਿਰ ਕੇ। ਜਣਾ ਖਣਾ ਨਹੀਂ ਇਸ ਤਰ੍ਹਾਂ ਜਪ ਸਕਦਾ।
ਤੇ ਅਖੀਰ ਤੇ ਭਾਈ ਮੈਂ ਉਹ ਸਾਖੀ ਆਰੰਭ ਕਰਾਂ ਕਿ ਹਉ ਅਧੀਨ ਹਾਂ ਭਗਤ ਕੇ ਪਹੁੰਚ ਨਾ ਹੰਗਾ ਭਗਤੀ ਦਾਵੈ ਹੋਏ ਵਿਚੋਲਾ ਆਣ ਮਿਲਾਵੇ ਮੈਂ ਸਿੱਧਾ ਨਹੀਂ ਮਿਲਦਾ। ਮੈਂ ਇੱਕ ਵਿਚੋਲਾ ਰੱਖਿਆ ਵਿੱਚ, ਉਹ ਗੁਰੂ ਸੰਤ ਕੋਈ ਵੀ ਹੋ ਸਕਦਾ ਹੈ, ਜਾਂ ਤਾਂ ਗੁਰੂ ਮਿਲਾ ਸਕਦਾ ਹੈ ਜਾਂ ਫਿਰ ਕੋਈ ਸੰਤ ਮਿਲਾ ਸਕਦਾ ਹੈ। ਉਹ ਜਿਹੜਾ ਨਹੀਂ ਸ਼ਬਦ ਪੜ੍ਹਦੇ ਜੈਸਾ ਸਤਿਗੁਰੂ ਸੁਣੀਦਾ ਤੈਸੋ ਹੀ ਮੈਂ ਡੀਠ ਵਿਛੜਿਆ ਮੇਲੇ ਪ੍ਰਭੂ ਹਰ ਦਰਗੇ ਕਾ ਬਸੀਠ। ਬਸੀਠ ਕਹਿੰਦੇ ਨੇ ਵਿਚੋਲੇ ਨੂੰ। ਹੋਏ ਵਿਚੋਲਾ ਆਣ ਮਿਲਾਵੇ, ਕਹਿਣ ਲੱਗੇ ਉਹਨੂੰ ਤਰਲੋਚਨ ਨੂੰ ਕਹਿ ਦੀ ਸਾਡੇ ਵੱਲੋਂ ਇਹ ਬੰਦਗੀ ਤੇ ਤੂੰ ਕਰਦਾ, ਨਾਮ ਤੇ ਜਪਦਾ, ਪਰ ਜਿੰਨਾ ਚਿਰ ਕਿਸੇ ਨੂੰ ਗੁਰੂ ਨਾ ਧਾਰਨ ਕੀਤਾ ਉਹਨਾਂ ਚਿਰ ਮੈਂ ਮਿਲਦਾ ਨਹੀਂ ਹੈ। ਜਿੱਦਾਂ ਮੁੜ ਕੇ ਗੁਰੂ ਅਰਜਨ ਦੇਵ ਨੇ ਲਿਖਿਆ ਨਾ ਕਿ ਤਰਲੋਚਨ ਗੁਰਮਿਲ ਭਈ ਸੁਧ ਸਿੱਧ। ਇਹ ਫਿਰ ਹੁਣ ਭਗਤ ਨਾਮਦੇਵ ਜੀ ਦੀ ਆਪਾਂ ਸਾਖੀ ਸੁਣਾਉਣੀ ਸੀ, ਹੋ ਰਹਿ ਨਾ ਜਾਵੇ, ਆਓ ਸਾਖੀ ਆਰੰਭ ਕਰੀਏ। ਕਹਿੰਦੇ ਨੇ ਕਿ ਭਗਤ ਨਾਮਦੇਵ ਜੀ ਕਿਤੇ ਜਦੋਂ ਰਹਿੰਦੇ ਸੀ ਆਪਣੇ ਨਗਰ ਦੇ ਵਿੱਚ, ਤੇ ਕੱਪੜੇ ਰੰਗਣ ਵਾਸਤੇ ਲੋਕੀ ਲੈ ਕੇ ਆਉਂਦੇ ਸੀ ਤੇ ਛੰਨ ਉਹਨਾਂ ਦੀ ਟੁੱਟੀ ਸੀ, ਤੇ ਜਦੋਂ ਮੀਂਹ ਪੈਣਾ ਤੇ ਕੱਪੜੇ ਭਿੱਜ ਜਾਣੇ ਜਿਹੜੇ ਵਧੀਆ ਵਧੀਆ ਕੀਮਤੇ ਰੰਗਣ ਵਾਸਤੇ ਆਉਂਦੇ ਸੀ। ਤੇ ਇੱਕ ਦਿਨ ਕਹਿੰਦੇ ਰੱਬ ਨੇ ਆਣ ਕੇ ਨਾ ਭਗਤ ਨਾਮਦੇਵ ਦੀ ਛਪਰੀ ਬੰਨ੍ਹ ਦਿੱਤੀ ਬੜੀਆ ਵਧੀਆ। ਚਲੋ ਇਹ ਨਾਸਤਕ ਇਹੋ ਜਿਹੀਆਂ ਗੱਲਾਂ ਮੰਨਦੇ ਨਹੀਂ ਗਏ ਵੀ ਰੱਬ ਛਪਰੀ ਕਿਵੇਂ ਬਣ ਗਿਆ। ਜੇ ਰੱਬ ਦੀ ਐਡੀ ਵੱਡੀ ਰਚਨਾ ਤੇ ਉਹ ਛਪਰੀ ਉਹਦੇ ਵਾਸਤੇ ਕੀ ਮੈਣਾ ਰਖਾਉਂਦੀ ਹੈ। ਭਗਤ ਜਨਾਂ ਕਾ ਕਰੇ ਕਰਾਇਆ, ਤੇ ਜਦੋਂ ਬਹੁਤ ਹੀ ਵਧੀਆ ਛਪਰੀ ਬੰਨ੍ਹਤੀ ਭਗਤ ਨਾਮਦੇਵ ਜੀ ਨੂੰ, ਤੇ ਫਿਰ ਉਹ ਭਗਤ ਨਾਮਦੇਵ ਨੇ ਸ਼ਬਦ ਲਿਖਿਆ ਕਿ ਪਾੜ ਪੜੋਸਣ ਪੂਛ ਲੈ ਨਾਮਾ। ਪਾੜ ਪਤਾ ਕਿਹਨੇ ਨੇ? ਪਾੜ ਪੜੋਸਣ, ਪੜੋਸਣ ਤੇ ਹੋ ਗਈ ਗਵਾਂਢਣ। ਇਹ ਹਿੰਦੀ ਮਰਾਠੀ ਆ ਬੋਲੀ, ਕਿਉਂਕਿ ਭਗਤ ਨਾਮਦੇਵ ਜੀ ਕੁਝ ਠੇਠ ਪੰਜਾਬੀ ਵਿੱਚ ਵੀ ਨੇ ਤੇ ਕੁਝ ਉਹਨਾਂ ਦੇ ਜਿਹੜੇ ਸ਼ਬਦ ਨੇ ਮਰਾਠੀ ਵਿੱਚ ਨੇ। ਇਹ ਕੋਈ ਜਿਹੜਾ ਸ਼ਬਦ ਆਉਂਦਾ ਮਰਾਠੀ 'ਚ, ਪਹਿਲ ਪੁਰੀਏ ਪੁੰਡਰਕ ਵਨਾ ਤਾਂਚੇ ਹੰਸਾ ਸਗਲੇ ਜਨਾ ਕ੍ਰਿਸ਼ਨਾ ਤੇ ਜਾਨੂ ਹਰ ਹਰ ਨਾਚੰਤੀ ਨਾਚਨਾ। ਪਹਿਲਪੁਰ ਸਾਬਰਾ ਅਥੌਨ ਪੁਰਸਾ ਦੰਬਰਾ ਆਸਗਾ ਅਸ ਉਸਗਾ ਹਰ ਕਾ ਬਾਗਰਾ ਨਾਚੇ ਪਿੰਦੀ ਮੇ ਸਾਗਰਾ। ਨਾਚੰਤੀ ਗੋਪੀ ਜਨਾ ਨਈਆ ਤੇ ਬਹਿਰੇ ਕਨਾ ਤਰਕ ਨਾਚਾ ਭਰਮੀਆਂ ਚਾ ਕੇਸਵਾ ਬਚੌਨੀ ਆਈਏ ਮਈਏ ਏਕ ਆਣ ਜੀਓ। ਇਹ ਮਰਾਠੀ ਹੈ। ਪਿੰਦੀ ਉਬ ਕਲੇ ਸੰਸਾਰਾ ਪਰੰਪਰਾ ਆਵੇ ਤੁਮਚੇ ਦਾਰਾ ਤੂੰ ਕੁਨ ਰੇ ਮੈਂ ਜੀ ਨਾਮਾ ਹਉ ਜੀ ਆਲਾ ਤੇ ਨਵਾਰਨਾ ਜਮ ਕਾਰਨਾ। ਇਹ ਮਰਾਠੀ ਹੈ। ਤੇ ਉਹ ਭਗਤ ਜੀ ਕਹਿੰਦੇ ਨੇ ਪਾੜ ਪੜੋਸਣ ਪੂਛ ਲੈ ਨਾਮਾ। ਪੜੋਸਣ ਗਵਾਂਢਣ, ਹਿੰਦੀ ਦਾ ਸ਼ਬਦ ਪੜੋਸਣ। ਤੇ ਪਾੜ ਕਹਿੰਦੇ ਨੇ ਇਹ ਫਲਾਣੇ ਥਾਂ ਤੇ ਨਹਿਰ ਵਿੱਚ ਪਾੜ ਪੈ ਗਿਆ। ਜਿੱਥੇ ਥੋੜਾ ਜਿਹਾ ਕੋਈ ਪਾੜ ਪੈ ਜੇ ਨਾ, ਜਗ੍ਹਾ ਟੁੱਟ ਜੇ, ਉਹਨੂੰ ਕਹਿੰਦੇ ਪਾੜ ਪੈ ਜਾਣਾ। ਤੇ ਘਰ ਦੇ ਲਾਗੇ ਕੋਈ ਗਵਾਂਢ ਰਹਿੰਦੀ ਆ ਤੇ ਉਹ ਆਪਣੇ ਛੋਟੇ ਜਿਹੇ ਬੂਹੇ, ਛੋਟੇ ਬੂਹੇ ਥਾਣੀ ਪੁੱਛਦੀ, ਵੱਡੇ ਥਾਣੀ ਨਹੀਂ। ਪਾੜ ਮੈਨੇ ਛੋਟਾ ਦਰਵਾਜ਼ਾ, ਖਿੜਕੀ, ਰੋਸ਼ਨਦਾਨ। ਕੈ ਪੈ ਕੀ ਪੁੱਛਦੀ ਆ? ਕੈ ਕਾਂ ਪੈ ਸ਼ਾਨ ਸ਼ਿਵਾਈ ਹੋ। ਇਹ ਭਗਤ ਨਾਮਦੇਵ ਜੀ ਏਡੇ ਵੱਡੀ ਤੂੰ ਸੋਹਣੀ ਤੇਰੀ ਛਪਰੀ ਮੈਂ ਵੇਖੀ ਹੈ, ਕਿੰਨੇ ਬਣ ਕੇ ਦਿੱਤੀ ਤੈਨੂੰ? ਇਹ ਕਾਰੀਗਰ ਕਿੱਥੋਂ ਆਇਆ? ਤੇ ਤੋਪੇ ਦੁੱਗਣੀ ਮਜੂਰੀ ਦੇਹੋ। ਜੇ ਤੂੰ 1000 ਰੁਪਈਆ ਦੇ ਕੇ ਛੰਨ ਬਣਾਈਆਂ ਤੇ ਮੈਂ 2000 ਦੇ ਦੂੰ, ਕਿਉਂਕਿ ਛਪਰੀ ਏਦਾਂ ਦੀ ਕੋਈ ਬੰਨ ਨਹੀਂ ਸਕਦਾ ਬੰਦਾ। ਇਹ ਕਿਹੜਾ ਐਡਾ ਮਹਾਨ ਕਾਰੀਗਰ ਆ ਜਿਹਨੇ ਤੈਨੂੰ ਬੰਨ ਕੇ ਦਿੱਤੀ ਹੋਈ ਛਪਰੀ। ਤੋਪੇ ਦੁੱਗਣੀ ਮਜ਼ਦੂਰੀ ਦੇਹੋ ਮੋਕੋ ਬੇਡੀ ਦਿਓ ਬਤਾਈ ਹੋ। ਬੇਡੀ ਜਿਹਨੂੰ ਅਸੀਂ ਮਿਸਤਰੀ ਕਹਿੰਦੇ ਆ, ਉਹ ਬੇਡੀ ਕਹਿੰਦੇ ਨੇ ਮਰਾਠੀ ਵਿੱਚ। ਮੈਨੂੰ ਉਹ ਕਾਰੀਗਰ ਦੱਸ ਜਿਹਨੇ ਤੇਰੀ ਛੰਨ ਬਣਾਈ ਆ ਤੇ ਮੈਂ ਤੋਪੇ ਦੁੱਗਣੀ ਮਜ਼ਦੂਰੀ ਦੇਹੋ ਤੇ ਮੋਕੋ ਬੇਡੀ ਦਿਓ ਬਤਾਈ ਹੋ। ਰੀ ਬਾਈ ਅੱਗੇ ਭਗਤ ਨਾਮਦੇਵ ਜੀ ਕਹਿੰਦੇ ਨਾ 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 ਨਾ, ਉਹ ਮਜ਼ਦੂਰੀ ਤਾਂ ਲੈਂਦਾ ਹੀ ਨਹੀਂ ਆ, ਪੈਸੇ ਨਾਲ ਤੇ ਆਉਂਦਾ ਹੀ ਨਹੀਂਗਾ। ਰੀ ਬਾਈ ਬੇਡੀ ਦੇਣ ਨਾ ਜਾਈ ਸਭ ਅੰਤਰ ਸਭ ਠਾਈ ਹੋ। ਰੀ ਬਾਈ ਬੇਡੀ ਦੇਣ ਨਾ ਜਾਈ ਦੇਖ ਬੇਡੀ ਰਿਓ ਸਮਾਈ
हमारे बेटी प्राण आधारा। कहने लगे ना ना ना, तू आनी है मैं दुगनी मजदूरी दूंगी, वो मजदूरी लेंदा ही नहीं गा, वो पैसा लेंदा ही नहीं, वो पैसे नाल काम करदा ही नहीं गा। पैसे वाले ते जे वो पैसिਆਂ ਨਾਲ काम करदा हुंदा ते अज तक तां रब जिहड़ा ਉਹ अमीरां दा गुलाम ਬਣਿਆ ਹੁੰਦਾ। गरीब अमीर लोग ਉਹਨੂੰ खरीद लेंदे, अपना नौकर रख लेंदे। ना ना, वो परवाह ही नहीं करदा, ਉਹਨੂੰ गरीब नवाज ਕਹਿੰਦੇ ਨੇ। अमीर नवाज नहीं आ, वो गरीब नवाज वा। रीबाई बेडी दे न जाई, देख बेडी रेओ समाई, हमारे बेडी प्राण आधारा। कहने लगी एवें थोड़ा कोई किसी की छप्पर बन गया, तू कुछ ना कुछ तो दिता ही हो, कोई रोटी पानी खवाया हो, कोई लीड़ा कपड़ा कुछ ना कुछ तो उन्होंने दिता ही हो, जिद कोई छप्परी बनाई। एवें थोड़ा कोई किसी की बनता, नाले एडी वड्डी एडी आलीशान छप्परी बनी आ, की तेरे को की लिया उन्हें। तो फिर अगे भगत नामदेव जी कहते जे तू भी बनानी है ना, फिर सुन ला फिर किस तरह बनता छप्परियां। बेडी प्रीत मजूरी मांगे, जे को शान छुवावे हो। कह लगे ओ भेटा लेंदा, पर ओ पैसे दी भेटा नहीं, ओ प्रेम दी भेटा लेंदा है। ओ वेंदा तेरे अंदर प्रेम किन्ना कवा, ਉਹਦੇ ਵਾਸਤੇ ਤੂੰ ਦੁਨੀਆ ਨੂੰ ਕਿੰਨਾ ਕੁ ਛੱਡ ਸਕਦਾ ਹੈ, ਤੂੰ ਦੁਨੀਆ ਦੀਆਂ ਪ੍ਰੀਤੀਆਂ ਕਿੰਨੀਆਂ ਕੁ ਛੱਡ ਸਕਦਾ। ਇਹ ਉਹ ਵੇਂਦਾ ਪਰਖਦਾ ਤੈਨੂੰ। ਨਿਤਨੇਮ ਛੱਡ ਕੇ ਤੂੰ ਪੈਰਸਾ 'ਚ ਜਾ ਗਿਆ, ਤੇਰਾ ਨੇਮ ਜੇ ਤੇਰਾ ਪ੍ਰੇਮ ਹੁੰਦਾ ਤੂੰ ਇਹ ਕੰਮ ਨਾ ਕਰ ਦੋ। ਮੇਰੇ ਕੋਲ ਇੱਥੇ ਕੋਈ ਆਖਿਆ ਪੁਰਾਣੇ ਸਮੇਂ ਦੀ ਗੱਲ ਆ, ਮੈਂ ਕਿਹਾ ਤੁਸੀਂ ਸੰਗਤ 'ਚ ਉੱਠ ਕੇ ਪੈਲਸ ਨੂੰ ਚਲੇ ਤਾਂ ਮਤਲਬ ਤੁਹਾਡਾ ਸੰਗਤ ਨਾਲ ਪ੍ਰੇਮ ਨਹੀਂ ਆ, ਪ੍ਰੇਮ ਉੱਥੇ ਪੈਲਸ 'ਚ ਹੀ ਆ। ਤੇ ਰੱਬ ਵੀ ਤੁਹਾਡੇ ਕੋ ਵੇਂਦਾ ਮਾਰ। ਭਗਤ ਨਾਮਦੇਵ ਕਹਿੰਦੇ ਰੱਬ ਵੀ ਸਾਡੀ ਪ੍ਰੀਤ ਨੂੰ ਪਰਖਦਾ ਵੀ ਕਿੰਨੀ ਕੁ ਪ੍ਰੀਤ ਕਰਦਾ ਹੈ, ਮੇਰੇ ਵਾਸਤੇ ਕਿੰਨਾ ਕੁਝ ਕਰਦਾ ਹੈ, ਮੇਰੇ ਵਾਸਤੇ ਕਿੰਨਾ ਕੁ ਤਿਆਗ ਕਰਦਾ ਹੈ। ਜਿੰਨਾ ਕੋ ਤਿਆਗ ਕਰੂਗਾ ਉਨਾ ਹੀ ਉਹਨੂੰ ਕੋਈ ਪਾਊਗਾ। ਬੇਡੀ ਪ੍ਰੀਤ ਮਜ਼ਦੂਰੀ ਮੰਗੇ, ਪੈਸਾ ਨਹੀਂ ਉਹ ਪ੍ਰੀਤ ਮੰਗਦਾ ਹੈ। ਤੇ ਪ੍ਰੀਤ ਤਾਂ ਅਸੀਂ ਉਹਨੂੰ ਦੇ ਨਹੀਂ ਸਕਦੇ, ਪ੍ਰੀਤ ਤਾਂ ਸਾਡੀ ਲੱਗੀ ਹੋਈ ਆ ਘਰਦਿਆਂ ਦੇ ਨਾਲ, ਬੱਚਿਆਂ ਦੇ ਨਾਲ, ਪਰਿਵਾਰਾਂ ਦੇ ਨਾਲ। ਪ੍ਰੀਤ ਤੇ ਅਸੀਂ ਕੁੱਤਿਆਂ ਨਾਲ ਪਾ ਲਈ ਹੁਣ ਅਖੀਰ ਤੇ। ਅੱਜ ਕੱਲ੍ਹ ਦੇ ਬੰਦੇ ਪਰਿਵਾਰ ਨਾਲ ਪਿਆਰ ਘੱਟ ਕਰਦੇ ਨੇ, ਕੁੱਤਿਆਂ ਨਾਲ ਬਹੁਤਾ ਪਿਆਰ ਪਾਈ ਫਿਰਦੇ ਨੇ, ਕੁੱਤਿਆਂ ਦਾ ਗੂੰਗ ਸੁੱਟਦੇ ਫਿਰਦੇ ਨੇ। ਤੇ ਪ੍ਰੀਤ ਕਿੱਥੇ ਗਈ ਸਾਡੀ? ਪ੍ਰੀਤ ਸਾਡੀ ਕੁੱਤਿਆਂ ਬਿੱਲਿਆਂ ਨਾਲ ਪਈ ਹੋਈ, ਰੱਬ ਨਾਲ ਪ੍ਰੀਤ ਕਿੱਥੇ ਸਾਡੀ? ਉਹ ਜਿੱਦਾਂ ਕੋਈ ਮਹਾਂਪੁਰਖ ਸੇਵਾ ਪੰਥੀ ਦੇ ਕੋਲ ਆ ਗਿਆ ਕੋਈ ਪੈਸਾ ਲੈ ਕੇ, ਤੇ ਉਹ ਕਹਿਣ ਲੱਗੇ ਬਾਬਾ ਜੀ ਤੁਹਾਨੂੰ ਇੱਥੇ ਹਲਟ ਲਵਾ ਦਈਏ ਇੱਕ, ਤੇ ਲੋਕੀ ਪੈਲੀਆਂ ਨੂੰ ਪਾਣੀ ਲਾਇਆ ਕਰਨਗੇ। ਤੇ ਮਹਾਂਪੁਰਖ ਬੰਦਗੀ ਵਾਲੇ ਕਹਿਣ ਲੱਗੇ ਅਸੀਂ ਹਲਟਾਂ ਦੀ ਪੂਜਾ ਨਹੀਂ ਕਰਨੀ, ਖੂਹਾਂ ਦੀ ਪੂਜਾ ਨਹੀਂ ਕਰਨੀ, ਅਸੀਂ ਰੱਬ ਦੀ ਬੰਦਗੀ ਕਰਨੀ, ਅਸੀਂ ਨਹੀਂ ਇਹੋ ਜਿਹੇ ਖੂਹ ਖਾ ਲਾਉਣੇ, ਸਿਆਪਾ ਪਾਉਣਾ ਇਹੋ ਜਿਹਾ। ਤੇ ਭਗਤ ਜੀ ਕਹਿੰਦੇ ਬੇਡੀ ਪ੍ਰੀਤ ਮਜ਼ਦੂਰੀ ਮੰਗੇ, ਜੇ ਕੋਈ ਸ਼ਾਨ ਛੁਆਵੇ ਹੋ। ਉਹ ਪ੍ਰੀਤ ਮੰਗਦਾ ਹੈ ਤੇ ਪ੍ਰੀਤ ਸਾਡੇ ਕੋਲ ਹੈ ਨਹੀਂ ਉਹਦੇ ਵਾਸਤੇ। ਕੋਈ ਇੱਕ ਦਿਹਾੜੀ ਵੀ ਕਿਸੇ ਨੇ ਕੱਢੀ ਹੋਏ ਰੱਬ ਵਾਸਤੇ ਤਾਂ ਦੱਸੋ। ਸਾਰੀ ਜ਼ਿੰਦਗੀ ਘਰਦਿਆਂ ਵਾਸਤੇ, ਟੱਬਰਾਂ ਵਾਸਤੇ, ਪੈਸਿਆਂ ਵਾਸਤੇ ਸਾਰੀ ਜ਼ਿੰਦਗੀ ਲਾਤੀ, ਕਦੀ 24 ਘੰਟਿਆਂ ਵਿੱਚ ਕੋਈ 8 ਘੰਟੇ ਕਿਸੇ ਨੇ ਕੱਢੇ ਹੋਣ ਰੱਬ ਵਾਸਤੇ? ਬਿਲਕੁਲ ਨਹੀਂ। ਹੁਣ ਧਨ ਕਮਾਉਣ ਵਾਸਤੇ ਸਾਰੀ ਜ਼ਿੰਦਗੀ ਲਾ ਦਿੱਤੀ, ਪਰਿਵਾਰ ਵਾਸਤੇ ਸਾਰੀ ਜ਼ਿੰਦਗੀ ਬਰਬਾਦ ਕਰ ਦਿੱਤੀ, ਤੇ ਰੱਬ ਵਾਸਤੇ ਕੀ ਕੀਤਾ ਅਸੀਂ? ਇਹ ਤਾਂ ਮਤਲਬ ਸਾਡੀ ਪ੍ਰੀਤ ਨਹੀਂ ਹੈ। ਤੇ ਭਗਤ ਜੀ ਕਹਿੰਦੇ ਉਹ ਪ੍ਰੀਤ ਬੇਡੀ ਪ੍ਰੀਤ ਮਜ਼ਦੂਰੀ ਮੰਗੇ, ਜੇ ਕੋਈ ਸ਼ਾਨ ਛੁਆਵੇ ਹੋ। ਲੋਕ ਕਟੰਬ ਸਭੂ ਤੇ ਤੋੜੇ, ਘਰਦਿਆਂ ਨੂੰ ਵੀ ਪ੍ਰੀਤ ਆਪਣੀ ਤੋੜ, ਲੋਕਾਂ ਨਾਲੋਂ ਵੀ ਤੋੜ। ਹੁਣ ਕਈ ਘਰਦਿਆਂ ਨਾਲ ਪ੍ਰੀਤ ਨਹੀਂ ਪਾਉਂਦੇ ਤੇ ਲੋਕਾਂ ਨਾਲ ਪਾ ਲੈਂਦੇ ਨੇ। ਕੋਈ ਘਰਦਿਆਂ ਨਾਲ ਪ੍ਰੀਤ ਨਹੀਂ ਪਾਉਂਦੇ, ਉਹ ਕੁੱਤਿਆਂ ਬਿੱਲਿਆਂ ਨਾਲ ਪਾ ਲੈਂਦੇ ਨੇ। ਕੁੱਤੇ ਪਾਲਦੇ ਆ ਜੀ ਇਹ। ਲਓ, ਇੱਕ ਉੱਥੇ ਬਾਬਾ ਹੈਗਾ ਲੁਧਿਆਣੇ ਲਾਗੇ, ਉਹਨੇ ਚਿੜੀਆਂ ਕਾਂ ਬਹੁਤੇ ਰੱਖੇ ਹੋਏ ਆ। ਉਹ ਚਿੜੀਆਂ ਨੂੰ ਆਲ੍ਹਣੇ ਬਣਾ ਕੇ ਦਿੰਦਾ। ਵੀ ਤੇਰਾ ਕੰਮ ਥੋੜ੍ਹਾ ਚਿੜੀਆਂ ਨੂੰ ਆਲ੍ਹਣੇ ਬਣਾ ਕੇ ਦੇਣਾ, ਉਹ ਚਿੜੀਆਂ ਆਪੇ ਪਾ ਲੈਣ, ਬਣਾ ਲੈਣਗੀਆਂ ਆਲ੍ਹਣੇ। ਤੂੰ ਰੱਬ ਦੀ ਬੰਦਗੀ ਕਰ। ਪਰ ਹਰ ਬੰਦਾ ਪੁੱਠੇ ਪਾਸੇ ਲੱਗਾ ਹੋਇਆ। ਇਹ ਜੀ ਅਸੀਂ ਚਿੜੀਆਂ ਨੂੰ ਦਾਣੇ ਪਾਉਂਦੇ ਹਾਂ ਜੀ, ਅਸੀਂ ਚਿੜੀਆਂ ਦੇ ਆਲ੍ਹਣੇ ਪਾ ਕੇ ਦਿੰਦੇ ਹਾਂ।
नहीं तो चिड़िया की चुंझ है नहीं आलना पाने वास्ते, चिड़िया की चुंझ है नहीं दाने चुगण वास्ते। ये पुठे पासे लागे बाबे भी वो प्रीत पाओ रब ना, ते चिड़िया कावां ना प्रीत पा के बह गए लोकी। ना ना बेडी प्रीत मजूरी मांगे, जे को शान छवावे हो, ते लोक कटंब सबू ते तोरे, तू आपन बेडी आवे हो। कहंदे लोकां नाल भी प्रीत तोड़, परिवार नाल भी तोड़, ਉਹਦੇ ਨਾਲ ਲਾ ਛੰਨਾ ਕੀ ਤੇਰੀਆਂ ਕੋਠੀਆਂ ਪਾ ਦੂਗਾ ਉਹ ਤਾਂ। ਛੰਨ ਦੀ ਤਾਂ ਹੁਣ ਤਾਂ ਛੰਨ ਦੀ ਲੋੜ ਵੀ ਨਹੀਂ ਸਾਨੂੰ ਭਾਈ। ਤੇ ਇੱਕ ਹੋਰ ਗੱਲ ਆ, ਕੋਠੀ ਦੀ ਵੀ ਲੋੜ ਨਹੀਂ, ਕੋਠੀ ਅਸੀਂ ਆਪੇ ਪਾ ਲੀਆਂ। ਤੇ ਹੁਣ ਰੱਬ ਦੀ ਜ਼ਿੰਦਗੀ 'ਚ ਲੋੜ ਹੀ ਕੋਈ ਨਹੀਂ, ਕੋਠੀਆਂ ਅਸੀਂ ਆਪੇ ਪਾ ਲੀਆਂ। ਤੇ ਹੁਣ ਅਸੀਂ ਰੱਬ ਨਾਲ ਪ੍ਰੀਤ ਕਿਉਂ ਕਰੀਏ ਭਾਈ। ਇਹ ਤੇ ਭਗਤ ਨਾਮਦੇਵ ਵਰਗੇ ਕਾਰਨ, ਜਿਨ੍ਹਾਂ ਦੇ ਘਰ ਕੋਈ ਭੜੋਲੀ 'ਚ ਦਾਣੇ ਨਹੀਂ ਸੀ ਜਾਂ ਕੋਈ ਟੁੱਟੀ ਛੱਪਰੀ ਸੀ, ਸਾਨੂੰ ਕੀ ਲੋੜ ਪੈ ਗਈ ਰੱਬ ਨਾਲ ਪ੍ਰੀਤ ਪਾਉਣ ਦੀ। ਬੈਂਕਾਂ ਸਾਡੀਆਂ ਭਰੀਆਂ, ਭੜੋਲੇ ਸਾਡੇ ਭਰੇ, ਕੋਠੀਆਂ ਸਾਡੀਆਂ ਪੈ ਗਈਆਂ, ਹੁਣ ਅਸੀਂ ਰੱਬ ਕੋ ਕੀ ਲੈਣਾ। ਤੋ ਲੋਕ ਕਟੰਬ ਸਬੂ ਤੇ ਤੋਰੇ, ਤੂੰ ਆਪਨ ਬੇਡੀ ਆਵੇ ਹੋ। ਰੀ ਬਾਈ ਬੇਡੀ ਦੇਣ ਨਾ ਜਾਈ। ਤੂੰ ਆਖੇ ਵੀ ਮੈਨੂੰ ਲਿਆ ਕਾਰੀਗਰ ਕਿੱਥੇ, ਮੈਂ ਵੀ ਬਣਾਵਾਂ, ਤੇ ਉਹ ਕਹਿੰਦੇ ਮੈਂ ਨਹੀਂ ਦੇ ਸਕਦਾ। ਉਹ ਦੇਖ ਬੇਡੀ ਰਿਓ ਸਮਾਈ। ਰੀ ਬਾਈ बेडी के गुण सुन रही भाई, जल्द बांह तरू थापे हुआ है। कह लगे आ छपरी दी ते गाल ही छड़ दे, उन्हें एडा वड्डा समुंदर बन के रखा होया। ऐसो बेडी बर न सको, सब अंतर सब ठाई हो। कह लगे मैं उहदा की विख्यान करा, उस बेडी दे बारे माई तेन मैं की दसा। ऐसो बेडी बर न सको, सब अंतर सब ठाई हो। ਤੇ ਫਿਰ ਕੀ ਨਿਸ਼ਾਨੀ ਉਹਦੇ ਮਿਲਣ ਮਲਾਪ ਦੀ। ਗੂੰਗੇ ਬਾਹਾਂ ਅੰਮ੍ਰਿਤ ਰਸ ਚਾਖਿਆ, ਪੁੱਛੇ ਕਹਿਣ ਨਾ ਜਾਈ ਹੋ। ਇਹ ਤੇ ਉਹ ਹੀ ਜਾਣਦੇ ਨੇ ਜੋ ਗੂੰਗੇ ਮਠਿਆਈ ਖਾਈ। ਉਹਦੀ ਬੰਦਗੀ ਵਿੱਚੋਂ ਇੱਕ ਰਸ ਮਿਲਦਾ ਹੈ, ਉਹਦੀ ਬੰਦਗੀ ਵਿੱਚੋਂ ਇੱਕ ਪ੍ਰੇਮ ਮਿਲਦਾ ਹੈ, ਉਹਦੀ ਬੰਦਗੀ ਵਿੱਚ ਇੱਕ ਸਵਾਦ ਮਿਲਦਾ ਹੈ। ਤੇ ਉਹ ਤੇ ਜਿਹੜਾ ਮਾਣਦਾ ਹੈ ਉਹਨੂੰ ਪਤਾ ਹੈ। ਤੇ ਜਿਹੜਾ ਉਹਦੀ ਬੰਦਗੀ 'ਚੋਂ ਰਸ ਲੈਂਦਾ ਹੈ, ਆਨੰਦ ਮਾਣਦਾ, ਫਿਰ ਉਹਦੀਆਂ ਛੰਨਾ ਛੁੰਨਾ ਉਹ ਆਪੇ ਬੰਨ੍ਹ ਦਿੰਦਾ ਹੈ। ਫਿਰ ਮੈਂ ਕਹਿੰਦਾ ਹੁਣ ਸਾਨੂੰ ਲੋੜ ਨਹੀਂ ਛੰਨ ਬਣਾਉਣ ਦੀ, ਅਸੀਂ ਕਿਉਂ ਰੱਬ ਦੀ ਬੰਦਗੀ ਕਰੀਏ, ਅਸੀਂ ਤੇ ਆਪੇ ਕੋਠੀਆਂ ਬਣਾ ਲੀਆਂ, ਹੁਣ ਕੀ ਲੋੜ ਪੈ ਗਈ। ਐਸੋ ਬੇਟੀ ਬਰਨ ਨਾ ਸਾਕੋ, ਸਭ ਅੰਤਰ ਸਭ ਠਾਈ ਹੋ। ਗੂੰਗੇ ਮਹਾਂ ਅੰਮ੍ਰਿਤ ਰਸ ਚਾਖਿਆ, ਪੂਛੇ ਕਹਿਣ ਨਾ ਜਾਈ ਹੋ। ਜਿੱਦਾਂ ਗੂੰਗਾ ਨਹੀਂ ਨਾ ਦੱਸ ਸਕਦਾ, ਤੇ ਰੱਬ ਦੇ ਪਿਆਰੇ ਵੀ ਉਹ ਸਵਾਦ ਨਹੀਂ ਦੱਸ ਸਕਦੇ। ਉਹ ਤੇ ਜਿਨ ਚਾਖਿਆ ਤੁਸੀਂ ਰਸ ਆਇਆ। ਹਾਂ ਇੱਕ ਗੱਲ ਸੁਣ ਮੇਰੀ ਜ਼ਰੂਰ ਤੂੰ, ਬੇਡੀ ਕੇ ਗੁਣ ਸੁਣ ਰਹੀ ਭਾਈ। ਉਹਦੇ ਬਾਰੇ ਤੂੰ ਸੁਣਨਾ ਚਾਹੁੰਦੀ ਤੇ ਸੁਣ ਲੈ ਫਿਰ। ਜਲਦ ਬਾਂਧ ਉਹਨੇ ਇੱਕ ਹਿੱਸਾ ਧਰਤੀ ਤੇ ਤਿੰਨ ਹਿੱਸੇ ਪਾਣੀ ਬਣਾਇਆ ਧਰਤੀ ਦੇ ਉੱਤੇ ਤੇ ਬੰਨ ਕੇ ਰੱਖਿਆ ਉਹਨੇ। ਜੇ ਏਡੇ ਵੱਡੇ ਸਮੁੰਦਰ ਨੂੰ ਬੰਨ ਕੇ ਰੱਖ ਸਕਦਾ ਤੇ ਛਪਰੀ ਉਹਦੇ ਵਾਸਤੇ ਕੀ ਮੈਣਾ ਰਖਾਉਂਦੀ ਬੰਨਣਾ। ਜਲਦ ਬਾਂਧ ਧਰੂ ਥਾਪਿਓ ਹੈ। ਉਹਨੂੰ ਧਰੂ ਨੂੰ ਵੀ ਐਡੀ ਵੱਡੀ ਪਦਵੀ ਦਿੱਤੀ ਹੋਈ ਆ। ਨਾਮੇ ਕੇ ਸੁਆਮੀ ਸ਼ੀਬ ਹੋਰੀ, ਲੰਕ ਬਬੀਕਮਨ ਆਖਿਓ। ਉਹ ਧਰਮੀਆਂ ਦੇ ਪੱਖ ਵਿੱਚ ਹਮੇਸ਼ਾ ਹੀ ਰਿਹਾ ਤੇ ਧਰਮੀਆਂ ਦੇ ਬੇੜੇ ਪਾਰ ਕਰਦਾ ਰਿਹਾ। ਤੇ ਜੇ ਤੂੰ ਵੀ ਚਾਹੁੰਦੀ ਹੈ ਤੇ ਮੇਰੇ ਪੱਖ ਵਿੱਚ ਹੀ ਰੱਬ ਬੋਲੇ, ਤੇ ਫਿਰ ਬੇਡੀ ਪ੍ਰੀਤ ਮਜੂਰੀ ਮੰਗੇ, ਜੇ ਕੋ ਸ਼ਾਨ ਛਵਾਵੇ ਹੋ। ਹਾਂ ਬਸ ਨਾਮ ਪ੍ਰਭਾਤੇ ਸ਼ਬਦ ਧਿਆਈਏ, ਛੋਡੋ ਦੁਨੀ ਪ੍ਰੀਤਾਂ। ਦੁਨੀਆ ਨਾਲੋਂ ਪ੍ਰੀਤ ਤੋੜ ਕੇ ਰੱਬ ਨਾਲ ਪਾ ਲਈਏ ਤੇ ਫਿਰ ਆਪੇ ਕੰਮ ਹੁੰਦੇ ਰਹਿਣੇ ਨੇ। ਫਿਰ ਜਹਾਂ ਜੈ ਕਾਜ ਕਿਰਤ ਸੇਵਕ ਕੀ, ਤਹਾਂ ਤਹਾਂ ਉਠ ਧਾਵੇ, ਸੇਵਕੋ ਨਿਕਟੀ ਹੋਏ ਦਿਖਾਵੇ। ਤੇ ਜੇ ਪ੍ਰੀਤ ਨਹੀਂ ਨਾ ਉਹਦੇ ਨਾਲ ਪਈ ਭਾਈ, ਵੇਖੋ ਹੁਣ ਮਾਂ ਤੇ ਪੁੱਤ ਦੀ ਪ੍ਰੀਤ ਹੁੰਦੀ ਆ, ਤੇ ਮਾਂ ਕੀ ਕੁਛ ਕਰਦੀ ਬੱਚੇ ਵਾਸਤੇ, ਕਰਦੀ ਆ ਨਾ। ਤੇ ਜੇ ਸਾਡੀ ਰੱਬ ਨਾਲ ਪ੍ਰੀਤ ਹੋ ਗਈ ਤੇ ਮਾਂ ਤੇ ਕੋਈ, ਮਾਂ ਦੀ ਹਸਤੀ ਤੇ ਕੁਛ ਨਹੀਂ, ਰੱਬ ਤੇ ਬਹੁਤ ਕੁਛ ਕਰ ਸਕਦਾ ਪ੍ਰੀਤਵਾਨਾਂ ਦੇ ਨਾਲ। ਇਸ ਕਰਕੇ
ਇਹ ਭਗਤ ਨਾਮਦੇਵ ਦੀ ਸਾਖੀ ਆਪਾਂ ਅੱਜ ਸਾਂਝੀ ਕੀਤੀ ਹੈ ਵੀ ਕਿਸ ਤਰ੍ਹਾਂ ਭਗਤ ਦੀ ਸ਼ਾਨ ਵਧੀ ਤੇ ਕਿਉਂ ਵਧੀ। ਕਿਉਂਕਿ ਉਹ ਹਮਾਰੇ ਬੇਦੀ ਪ੍ਰਾਣ ਆਧਾਰਾ, ਜਿਹੜਾ ਉਹਦਾ ਹੋ ਗਿਆ, ਜਿਹੜਾ ਉਹਦੇ ਨਾਲ ਪਿਆਰ ਪਾ ਗਿਆ। ਤੇ ਅਚਿੰਤ ਕੰਮ ਕਰੇ ਤਿਨਕੇ ਜਿਨ ਹਰ ਕਾ ਨਾਮ ਪਿਆਰਾ। ਉਹਦੇ ਨਾਲ ਪਿਆਰ ਕੀ ਹੁੰਦਾ ਹੈ? ਨਾਮ ਨਾਲ ਪਿਆਰ ਵਾ, ਜਿਹਦਾ ਬਾਣੀ ਨਾਲ ਪਿਆਰ ਆ, ਜਿਹਦਾ ਸੰਗਤ ਨਾਲ ਪਿਆਰ ਆ ਉਹਦਾ ਰੱਬ ਨਾਲ ਪਿਆਰ ਵਾ, ਜਿਹਦਾ ਬਾਣੀ ਨਾਲ ਪਿਆਰ ਵਾ ਉਹ ਰੱਬ ਨਾਲ ਪਿਆਰ ਵਾ। ਹੋਰ ਕੀ ਪਿਆਰ ਹੈ? ਰੱਬ ਨੂੰ ਕਿੱਥੋਂ ਮਿਲਣਾ ਹੈ? ਐਸੋ ਬੇਟੀ ਬਰਨਾ ਸਾਗੋ ਸਭ ਅੰਤਰ ਸਭ ਠਾਈ ਹੋ, ਉਹਨੂੰ ਕਿੱਥੋਂ ਮਿਲੋਗੇ? ਬਸ ਸੰਗਤ ਨਾਲ ਪਿਆਰ ਕਰੋ, ਗੁਰਬਾਣੀ ਨਾਲ ਪਿਆਰ ਕਰੋ। ਮੈਂ ਗੁਰਬਾਣੀ ਆਧਾਰ ਹੈ, ਗੁਰਬਾਣੀ ਲਾਗ ਰਹਾਉ। ਬਸ ਇਹ ਪਰਖ ਲਈਏ ਆਪਾਂ ਸਾਰੇ ਵੀ ਮੇਰੀ ਰੱਬ ਨਾਲ ਕਿੰਨੀ ਕੁ ਪਿਆਰ ਆ, ਪ੍ਰੀਤ ਆ, ਤੇ ਮੇਰਾ ਨਿਤਨੇਮ ਨਾਲ ਕਿੰਨਾ ਕੁ ਪਿਆਰ ਵਾ, ਮੈਨੂੰ ਕਿੰਨਾ ਕੁ ਚਾਅ ਹੁੰਦਾ ਨਿਤਨੇਮ ਕਰਨ ਦਾ। ਇਹ ਕਹਿੰਦੇ ਸਿਆਪਾ ਹੀ ਗਲ 'ਚ ਪਾ ਲਿਆ ਹੋਇਆ, ਕਈ ਇਹ ਵੀ ਕਹਿੰਦੇ ਨੇ। ਤੇ ਜੇ ਨਿਤਨੇਮ ਹੀ ਸਿਆਪਾ ਹੀ ਬਣ ਗਿਆ ਤੇ ਫਿਰ ਪ੍ਰੀਤ ਥੋੜਾ ਬੱਧਾ ਚੱਟੀ ਜੋ ਪਰੇ ਨਾ ਗੁਣ ਨਾ ਉਪਕਾਰ, ਸੇਤੀ ਖੁਸ਼ੀ ਸਵਾਰੀਏ ਨਾਨਕ ਕਾਰਜ ਸਾਰ। ਬਸ ਉਹਨੂੰ ਬੱਧੇ ਰੁੱਧੇ ਪਾਠ ਦੀ ਕੋਈ ਲੋੜ ਨਹੀਂ ਹੈ ਭਾਈ, ਉਹ ਪ੍ਰੀਤ ਮੰਗਦਾ ਹੈ। ਤੇ ਜੇ ਤਾਂ ਸਾਨੂੰ ਸੰਗਤ ਨਾਲ ਚਾਅ ਵਾ ਮਿਲਣ ਦਾ, ਪ੍ਰੀਤ ਹੈ ਸੰਗਤ ਨਾਲ, ਵੀ ਚਾਅ ਹੋਵੇ ਮੈਂ ਕੀਰਤਨ ਕਰਨਾ, ਚਾਅ ਹੋਵੇ ਮੈਂ ਕਥਾ ਸੁਣਨੀ ਹੈ, ਚਾਅ ਹੋਵੇ ਮੈਂ ਕਥਾ ਕਰਨੀ ਆ, ਤੇ ਫਿਰ ਪਿਆਰ ਵਾ, ਫਿਰ ਪ੍ਰੀਤ ਵਾ। ਤੇ ਜੇ ਆ ਵੇਖਣਾ ਵੀ ਲਿਫਾਫਾ ਕਿੰਨਾ ਗੱਦ, ਫਿਰ ਪ੍ਰੀਤ ਨਹੀਂ ਭਾਈ। ਤੇ ਮਹਾਰਾਜ ਕਿਰਪਾ ਕਰਨ ਸੱਚੇ ਪਾਤਸ਼ਾਹ। ਇਹ ਸੀ ਭਗਤ ਨਾਮਦੇਵ ਜੀ ਦਾ। ਆਉਣ ਵਾਲੇ ਸਮੇਂ 'ਚ ਉਹਨਾਂ ਦੇ ਜੋ ਬਾਕੀ ਸਾਖੀਆਂ ਨੇ ਗੁਰਬਾਣੀ 'ਚ, ਕਿਸ ਤਰ੍ਹਾਂ ਸ਼ਾਨ ਬੱਧੀ, ਇਹ ਤਾਂ ਆਪਾਂ ਸਾਖੀ ਅੱਜ ਵਿਚਾਰ ਲਈ। ਤੇ ਕਿਸ ਤਰ੍ਹਾਂ ਮਰੀ ਹੋਈ ਗਊ ਜੀਂਦੀ ਕੀਤੀ ਸੀ। ਤੇ 2-3 ਸਾਖੀਆਂ ਅਜੇ ਹੋਰ ਨੇ, ਇੱਕ ਦੋਹਰਾ ਫੇਰਿਆ ਤੇ ਇੱਕ ਮੰਜਾ ਕੱਢਿਆ, ਤੇ ਇੱਕ ਸਾਖੀ ਮੇਰੇ ਹਿਸਾਬ ਨਾਲ ਹੋਰ ਆ ਜੀ। ਛੱਪਰ ਛਾਈ ਹੋ ਗਿਆ, ਦੋਹਰਾ ਫੇਰਿਆ ਹੋ ਗਿਆ। ਤੇ ਉਹ ਆਉਣ ਵਾਲੇ ਸਮੇਂ 'ਚ ਭਗਤ ਨਾਮਦੇਵ ਜੀ ਦਾ ਇੱਕ ਸ਼ਬਦ ਲੈ ਕੇ ਹੋਰ, ਤੇ ਉਹਨਾਂ ਨੇ ਅਖੀਰ ਤੇ ਪਖੰਡਵਾੜ ਦਾ ਖੰਡਨ ਕੀਤਾ ਹੈ। ਕਹਿੰਦੇ ਸਾਪ ਕੁੰਚ ਛੋਡੇ, ਜਿਹੜਾ ਸੱਪ ਹੁੰਦਾ ਹੈ ਨਾ ਉਹ ਕੁੰਜ ਤੇ ਛੱਡ ਦਿੰਦਾ, ਜ਼ਹਿਰ ਨਹੀਂ ਛੱਡਦਾ। ਇਹ ਅਸੀਂ ਕੱਪੜੇ ਤਾਂ ਬਦਲ ਲੈਂਦੇ ਆ, ਅੰਦਰ ਜ਼ਹਿਰ ਸਾਡੀ ਉਸੇ ਤਰ੍ਹਾਂ ਹੀ ਭਰੀ ਰਹਿ ਜਾਂਦੀ ਹੈ। ਸਾਪ ਕੁੰਜ ਛੋਡੇ ਬਿਖ ਨਹੀਂ ਛਾਡੇ, ਉਦਕ ਮੈਂ ਜੈਸੇ ਬਗ ਧਿਆਨ ਮਾਂਡੇ। ਜਿਸ ਤਰ੍ਹਾਂ ਦਰਿਆ ਕੰਢੇ ਬੈਠਾ ਬਗਲਾ ਸਮਾਧੀ ਲਾ ਕੇ ਬੈਠਾ ਹੈ, ਉਹ ਕਿਸ ਵਾਸਤੇ ਸਮਾਧੀ ਲਾ ਕੇ ਬੈਠਾ ਹੈ? ਉਹ ਮੱਛੀ ਫੜਨ ਵਾਸਤੇ ਸਮਾਧੀ ਲਾ ਕੇ ਬੈਠਾ ਹੈ। ਕਾਹੇ ਕੇ ਕੀਜੇ ਧਿਆਨ ਜਪਨਾ ਜਬ ਤੇ ਸੁੱਧ ਨਹੀਂ ਮਨ ਆਪਣਾ। ਇਹ ਲੋਕਾਂ ਨੂੰ ਸਮਾਧੀਆਂ ਲਾ ਲਾ ਕੇ ਕਿਉਂ ਦੱਸਦੇ ਹੋ? ਅੰਦਰ ਤਾਂ ਮੈਲ ਭਰੀ ਪਈ ਹੈ। ਪਹਿਲੋਂ ਨਾਮ ਜਪ ਕੇ ਉਹਨੂੰ ਗੰਦ ਨੂੰ ਕੱਢੋ। ਜਿੱਦਣ ਗੰਦ ਅੰਦਰੋਂ ਨਿਕਲ ਗਿਆ ਸਮਾਧੀ ਆਪੇ ਲੱਗ ਜਾਣੀ, ਲਾਉਣ ਦੀ ਥੋੜ੍ਹਾ ਲੋੜ। ਸਮਾਧੀ ਲੱਗਦੀ ਨਹੀਂ ਆ, ਆਪਣੇ ਆਪ ਲੱਗ ਜਾਂਦੀ ਹੈ। ਜਿਸ ਅਸੀਂ ਆਪਣੇ ਆਪ ਸਮਾਧੀ ਲਾ ਲਈਏ ਤੇ ਹੁਣੇ ਸਮਾਧੀ ਲਾ ਕੇ ਬਹਿ ਜਾਈਏ, ਨਹੀਂ 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 ਨਹੀਂ। ਉਹ ਤਾਂ ਜਦੋਂ ਕਾਹੇ ਕੇ ਕੀਜੇ ਧਿਆਨ ਜਪਨਾ ਜਬ ਤੇ ਸੁੱਧ ਨਹੀਂ ਮਨ ਆਪਣਾ। ਸਿੰਘ ਜ ਭੋਜਨ ਜੋ ਨਰ ਜਾਣੇ ਐਸੇ ਹੀ ਠੱਗ ਦਿਓ ਬਖਾਨੇ। ਨਾਮੇ ਕੇ ਸਾਮੀ ਲਾਏ ਲੈ ਝਗਰਾ ਰਾਮ ਰਸੈਨ ਪੀਓ ਰੇ ਦਗਰਾ। ਐ ਪੱਥਰ ਦਿਲ, ਐ ਕਠੋਰ ਦਿਲ, ਰੱਬ ਦੇ ਨਾਮ ਦਾ ਸਿਮਰਨ ਕਰ, ਉਹਦੇ ਨਾਮ ਦਾ ਰਸ ਪੀ, ਤੇ ਤੇਰੇ ਵੀ ਕਾਰਜ ਰਾਸ ਹੋ ਜਾਣਗੇ। ਤੇ ਮਹਾਰਾਜ ਕਿਰਪਾ ਕਰਨ। ਇੱਥੇ ਹੁਣ ਵਿਚਾਰਾਂ ਦੀ ਸਮਾਪਤੀ ਹੈ। ਬੇਅੰਤ ਪੱਲਾ ਹੋਈਆਂ, ਸੱਚੇ ਪਾਤਸ਼ਾਹ ਰਹਿਮਤਾਂ ਕਰਨ। ਆਉਣ ਵਾਲੇ ਸਮੇਂ 'ਤੇ ਫਿਰ ਭਗਤ ਨਾਮਦੇਵ ਦਾ ਕੋਈ ਸ਼ਬਦ ਲੈ ਕੇ ਵਿਚਾਰ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।